ਹੁਣ ਕੋਰੋਨਾ ਵਾਇਰਸ ਦੀ ਆਪਾਂ ਗੱਲ ਕਰਦੇ ਹਾਂ, ਨਵੇਂ ਖਤਰੇ ਦੇ ਰੂਪ ਚ ਉੱਭਰ ਕੇ ਸਾਹਮਣੇ ਆ ਰਿਹਾ। ਕੀ ਅਸੀਂ ਬੀਤੇ ਤੋਂ ਸਬਕ ਸਿੱਖ ਕੇ ਜਿਹੜੀ ਨਵੀਂ ਚੁਣੌਤੀ ਖੜੀ ਹੋ ਰਹੀ ਹੈ ਇਹਦਾ ਸਹੀ ਢੰਗ ਨਾਲ ਸਾਹਮਣਾ ਕਰ ਸਕਾਂਗੇ? गिनती बढ़ रही है कोरोना के केसां दी, हालांकि टेस्टिंग उस पद्धर तक नहीं हो रही जितनी की होनी चाहिए। अगर वो टेस्टिंग उस पद्धर तक होए जिवें पिछले साल जून जुलाई विच हो रही सी तां शायद गिनती होर ज़्यादा होई। सरकार ने एकदम लॉकडाउन ला दिता, हुण लॉकडाउन लगाना बड़ा मुश्किल है। अवेसलापन कुछ हद तक ही काफ़ी हद तक लोगों विच आ गया। लोगों ने समझा भी शायद कोरोना खत्म हो गया, खत्म नहीं सी होया, एक घट गया सी ते हुण दोबारा आ रहा। ते उसे ढंग नाल जे सावधानी असीं वरतांगे दोबारा तां इसमें फिर ठल पाई सकदी है। ਜਿਹੜੇ ਪੇਂਡੂ ਇਲਾਕੇ ਇਹਨਾਂ ਵਿੱਚ ਇਹ ਦੇਖਣ ਵਿੱਚ ਆ ਰਿਹਾ ਕਿ ਕੋਈ ਬਹੁਤ ਜ਼ਿਆਦਾ ਅਸਰ ਦਿਖਾਈ ਨਹੀਂ ਦੇ ਰਿਹਾ ਰੂਰਲ ਇਲਾਕਿਆਂ ਵਿੱਚ। ਨੰਬਰ ਆਫ ਜਿਹੜੇ ਕੇਸਿਸ ਆ ਉਹ ਤੇਜ਼ੀ ਨਾਲ ਵੱਧ ਰਹੇ ਆ ਪੰਜਾਬ ਵਿੱਚ ਖਾਸ ਕਰ ਔਰ ਪੂਰੇ ਦੇਸ਼ ਵਿੱਚ ਹੀ। ਪਰ ਸਾਡਾ ਜਿਹੜਾ ਰੂਰਲ ਇਲਾਕੇ ਅਜੇ ਵੀ ਪੇਂਡੂ ਇਲਾਕੇ ਹੈ, ਕਿਉਂਕਿ ਉੱਥੋਂ ਦੇ 50% ਪੇਸ਼ੈਂਟ ਅਸੀਂ ਰੂਰਲ ਇਲਾਕਿਆਂ ਦੇ ਦੇਖ ਰਹੇ ਹਾਂ, ਤਾਂ ਉਹਦੇ ਵਿੱਚ ਅਜੇ ਤੱਕ ਬਹੁਤ ਜ਼ਿਆਦਾ ਨਹੀਂ ਹੈ ਉਹਦਾ ਪ੍ਰਭਾਵ। ਚਾਹੇ ਸਟ੍ਰੇਨ ਕਿੰਨੀ ਵੀ ਤੇਜ਼ੀ ਨਾਲ ਫੈਲਣ ਵਾਲੀ ਹੈ, ਪਰ ਅਜੇ ਰੂਰਲ ਇਲਾਕੇ ਮੈਂ ਸਮਝਦਾ ਵੀ ਕਾਫੀ ਹੱਦ ਤੱਕ ਇਹ ਤੋਂ ਬਚੇ ਹੋਏ ਨੇ। ਕੋਈ ਵੀ ਸਰਕਾਰ ਵੱਲੋਂ ਰੂਰਲ ਇਲਾਕੇ ਵਿੱਚ ਕੋਈ ਇੱਦਾਂ ਦੇ ਪ੍ਰਬੰਧ ਨਹੀਂ ਕੀਤੇ ਗਏ ਪਿਛਲੇ ਸਾਲ ਦੇ ਦੌਰਾਨ ਜਿਹਦੇ ਨਾਲ ਟੈਸਟਿੰਗ ਵੱਧ ਸਕੇ ਜਾਂ ਜਿਹੜੇ ਲੋਕ ਪ੍ਰਭਾਵਿਤ ਹੈ ਇਸ ਬਿਮਾਰੀ ਤੋਂ ਉਹਨਾਂ ਨੂੰ ਸਮੇਂ ਸਿਰ ਲਿਜਾ ਕੇ ਅੱਛੇ ਸੈਂਟਰਾਂ 'ਤੇ ਉਹਨਾਂ ਦਾ ਇਲਾਜ ਕੀਤਾ ਜਾ ਸਕੇ। ਬਿਲਕੁਲ ਹੀ ਨਹੀਂ। ਜੋ ਸਿਚੁਏਸ਼ਨ ਇੱਕ ਸਾਲ ਦੇ ਵਿੱਚ ਅਸੀਂ ਫੇਸ ਕੀਤੀ ਹੈ, ਮੈਂ ਸਮਝਦਾ ਅਸੀਂ ਅੱਜ ਵੀ ਉਸੇ ਖਤਰਿਆਂ ਦੇ ਵਿੱਚ ਮੰਡਰਾ ਰਹੇ ਹਾਂ ਔਰ ਕੋਈ ਸਾਡੀ ਕਿਸੇ ਲੈਵਲ ਤੇ ਵੀ ਕੋਈ ਇੰਪਰੂਵਮੈਂਟ ਨਹੀਂ ਹੋ ਪਾਈ। ਉਹ ਇੱਕ ਵੈਕਸੀਨ ਆ ਗਈ ਨੋ ਡਾਊਟ, ਲੇਕਿਨ ਨਾ ਤੇ ਲੋਕਾਂ ਨੇ ਸੀਰੀਅਸਲੀ ਇਹਨੂੰ ਅਜੇ ਤੱਕ ਸੋਸ਼ਲੀ ਇਹਨੂੰ ਅਡਾਪਟ ਕੀਤਾ। ਜੇ ਪੰਜਾਬ ਦੀ ਗੱਲ ਕਰੀਏ ਜਿੱਥੇ ਇਸ ਵੇਲੇ ਕਰੋਨਾ ਦੇ ਇੰਨੇ ਜ਼ਿਆਦਾ ਕੇਸ ਵਧੇ ਹੈ, ਇਹਦੇ ਵਿੱਚ ਸਭ ਤੋਂ ਜ਼ਿਆਦਾ ਸਾਡਾ ਆਪਣਾ ਕਸੂਰ ਹੈ ਕਿਉਂਕਿ ਅਸੀਂ ਸੋਸ਼ਲ ਗੈਦਰਿੰਗਸ ਔਰ ਪਬਲਿਕਲੀ ਮੂਵਮੈਂਟ ਦੇ ਵਿੱਚ ਕੋਈ ਪਰਹੇਜ਼ ਨਹੀਂ ਕਰ ਰਹੇ। ਈਵਨ ਪੰਜਾਬ ਦੇ ਡਿਸਟ੍ਰਿਕਟਸ ਦੇ ਵਿੱਚ ਤੇ ਕਹਿੰਦੇ ਆ ਵੀ 10 to 15% ਮਾਸਕ ਰਹਿ ਗਿਆ ਸੀ, ਜਿਹੜਾ ਕਿ ਹੁਣ ਮੈਂ ਸਮਝਦਾ ਵੀ 40-50 ਤੇ ਸ਼ਾਇਦ ਆ ਜਾਣਾ ਚਾਹੀਦਾ ਜਾਂ ਆ ਗਿਆ ਹੋਏਗਾ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ। ਭਾਰਤ ਵਾਸੀਆਂ ਨੂੰ 24 ਮਾਰਚ 2020 ਕਦੇ ਵੀ ਨਹੀਂ ਭੁੱਲਣ ਵਾਲਾ। ਪੂਰਾ 1 ਸਾਲ ਪਹਿਲਾਂ ਪੂਰੇ ਕਾਨੂੰਨੀ ਢੰਗ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਅੰਦਰ ਤਾਲਾਬੰਦੀ ਲਾਗੂ ਕਰ ਦਿੱਤੀ ਗਈ। 4.5 ਘੰਟਿਆਂ ਦੇ ਨੋਟਿਸ ਤੇ ਹੋਈ ਇਸ ਤਾਲਾਬੰਦੀ ਦੇ ਨਾਲ ਲੱਖਾਂ ਲੋਕ ਬੇਘਰ ਹੋ ਗਏ, ਹਜ਼ਾਰਾਂ ਮੌਤਾਂ ਹੋਈਆਂ। 1 ਸਾਲ ਬਾਅਦ ਜਦੋਂ ਹੁਣ ਕਰੋਨਾ ਇੱਕ ਨਵੇਂ ਰੂਪ ਦੇ ਵਿੱਚ ਸਾਹਮਣੇ ਆ ਰਿਹਾ ਹੈ, ਖਾਸ ਤੌਰ ਤੇ ਜਦੋਂ ਆਪਾਂ ਪੰਜਾਬ ਦਾ ਜ਼ਿਕਰ ਕਰਦੇ ਹਾਂ, ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਬਰਤਾਨਵੀ ਜਿਹੜਾ ਵਾਇਰਸ ਹੈ, ਜਿਹੜੀ ਹੁਣ ਤੱਕ ਜਾਂਚ ਹੋ ਰਹੀ ਹੈ ਉਹਦੇ ਚ ਵਧੇਰੇ ਇਹ ਮਾਮਲਾ ਉੱਭਰ ਕੇ ਸਾਹਮਣੇ ਆ ਰਿਹਾ ਹੈ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਨਵੀਂ ਲਹਿਰ ਦੇ ਨਵੇਂ ਖਤਰੇ ਦੇ ਟਾਕਰੇ ਲਈ ਕੀ ਅਸੀਂ ਬੀਤੇ 1 ਸਾਲ ਤੋਂ ਕੋਈ ਸਬਕ ਸਿੱਖਿਆ? ਸਮਾਜ ਦੀ ਗੱਲ ਕਰੀਏ ਜਾਂ ਸਰਕਾਰ ਦੀ ਗੱਲ ਕਰੀਏ, ਇਸ ਅਹਿਮ ਤੇ ਨਾਜ਼ੁਕ ਮੁੱਦੇ ਤੇ ਸਾਡੇ ਨਾਲ ਇਸ ਖੇਤਰ ਦੀਆਂ ਜਾਣੀਆਂ ਪਹਿਚਾਣੀਆਂ ਹਸਤੀਆਂ ਡਾਕਟਰ ਅਰੁਣ ਮਿੱਤਰਾ ਜੀ ENT ਸਪੈਸ਼ਲਿਸਟ ਨੇ, ਡਾਕਟਰ ਤੇਜਰਾਮ ਗਰਗ ਦਹਾਕਿਆਂ ਤੱਕ ਰੂਰਲ ਖੇਤਰ ਦੇ ਅੰਦਰ ਮੈਡੀਕਲ ਲਾਈਨ 'ਚ ਉਹਨਾਂ ਦੀ ਸੇਵਾ, RS ਦੇਵਾ ਜੀ PhD ਚੈਂਬਰ ਆਫ ਕਮਰਸ ਦੇ ਸਲਾਹਕਾਰ, ਇੰਡਸਟਰੀ ਖੇਤਰ 'ਚ ਇੱਕ ਜਾਣੀ ਪਹਿਚਾਣੀ ਹਸਤੀ। ਤੇ ਨਵੇਂ ਮਹਿਮਾਨਾਂ ਨੂੰ ਪੈਨਲ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਡਾਕਟਰ ਮਿੱਤਰਾ, ਪਹਿਲਾ ਸਵਾਲ ਮੈਂ ਆਪਣੇ ਤੋਂ ਲੈਣ ਲੱਗਿਆ। ਜਿੱਦਾਂ ਮੈਂ ਸ਼ੁਰੂ 'ਚ ਕਿਹਾ ਕਿ ਤਾਲਾਬੰਦੀ ਦਾ 1 ਸਾਲ ਅੱਜ ਹੋ ਗਿਆ ਹੈ। ਹੁਣ ਕੋਰੋਨਾ ਵਾਇਰਸ ਦੀ ਆਪਾਂ ਗੱਲ ਕਰਦੇ ਹਾਂ, ਨਵੇਂ ਖਤਰੇ ਦੇ ਰੂਪ 'ਚ ਉੱਭਰ ਕੇ ਸਾਹਮਣੇ ਆ ਰਿਹਾ। ਕੀ ਅਸੀਂ ਬੀਤੇ ਤੋਂ ਸਬਕ ਸਿੱਖ ਕੇ ਜਿਹੜੀ ਨਵੀਂ ਚੁਣੌਤੀ ਖੜੀ ਹੋ ਰਹੀ ਹੈ ਇਹਦਾ ਸਹੀ ਢੰਗ ਨਾਲ ਸਾਹਮਣਾ ਕਰ ਸਕਾਂਗੇ? ਮਿੱਤਰਾ ਜੀ, ਕਿਵੇਂ ਦੇਖਦੇ ਹੋ ਇਸ ਨਵੀਂ ਚੁਣੌਤੀ ਨੂੰ
ਤੇ ਬੀਤੇ ਚ ਜੋ ਕੁਝ ਸਾਡੇ ਨਾਲ ਵਾਪਰਿਆ ਉਹਦੇ ਤੋਂ ਕੀ ਸਬਕ ਲਿਆ? ਦੇਖੋ, ਹਾਲਾਤ ਤੇ ਫਿਰ ਇੱਕ ਵਾਰੀ ਮਾੜੇ ਹੋ ਰਹੇ ਹਨ, ਜਿਸ ਢੰਗ ਦੇ ਨਾਲ ਬੜੀ ਤੇਜ਼ੀ ਦੇ ਵਿੱਚ ਗਿਣਤੀ ਵੱਧ ਰਹੀ ਹੈ ਕੋਰੋਨਾ ਦੇ ਕੇਸਾਂ ਦੀ। ਹਾਲਾਂਕਿ ਟੈਸਟਿੰਗ ਉਸ ਪੱਧਰ ਤੱਕ ਨਹੀਂ ਹੋ ਰਹੀ ਜਿੰਨੀ ਕਿ ਹੋਣੀ ਚਾਹੀਦੀ। ਅਗਰ ਉਹ ਟੈਸਟਿੰਗ ਉਸੇ ਪੱਧਰ ਤੱਕ ਹੋਏ ਜਿਵੇਂ ਪਿਛਲੇ ਸਾਲ ਜੂਨ ਜੁਲਾਈ ਵਿੱਚ ਹੋ ਰਹੀ ਸੀ, ਤਾਂ ਸ਼ਾਇਦ ਗਿਣਤੀ ਹੋਰ ਜ਼ਿਆਦਾ ਹੋਏਗੀ। ਇੱਕ ਦੇ ਬਾਅਦ ਸਤੰਬਰ ਤੋਂ ਲੈ ਕੇ ਮਾਰਚ ਤੱਕ ਇੱਕ ਲੀਨੀਅਰ ਫਾਲ, ਮਤਲਬ ਲਗਾਤਾਰ ਜੋ ਗਿਰਾਵਟ ਆਈ ਸੀ। ਜੀ। तो पहले अंदेशा सी कि शायद नवंबर दिसंबर ਦੇ ਵਿੱਚ ਕਰੋਨਾ ਦੇ ਕੇਸ ਵਧਣ, ਪਰ ਨਵੰਬਰ ਦਸੰਬਰ ਵਿੱਚ ਕੇਸ ਨਹੀਂ ਵਧੇ। ਫਿਰ ਅੰਦੇਸ਼ਾ ਸੀ ਵੀ ਮਾਰਚ ਵਿੱਚ ਕੇਸ ਵਧਣਗੇ, ਤੇ ਮਾਰਚ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਿਸ ਢੰਗ ਨਾਲ ਬੜੀ ਤੇਜ਼ੀ ਨਾਲ ਇਹ ਮਹਾਮਾਰੀਆਂ ਇਸ ਕਿਸਮ ਦੀਆਂ ਹੁੰਦੀਆਂ ਜਾਂਦੀਆਂ, ਹੌਲੀ ਹੌਲੀ ਜਾਂਦੀਆਂ। ਜਦੋਂ ਤੱਕ ਲਗਭਗ 70% ਆਬਾਦੀ ਨੂੰ ਕੋਵਿਡ ਦੀ ਇਨਫੈਕਸ਼ਨ ਨਹੀਂ ਹੋ ਜਾਏਗੀ, ਇਹ ਉੱਪਰ ਥੱਲੇ ਕੰਮ ਚੱਲਦਾ ਹੀ ਰਹੇਗਾ। ਉਸ ਤੋਂ ਬਾਅਦ ਇਹ ਘਟ ਜਾਏਗਾ, ਕਿਉਂਕਿ ਵਾਇਰਸ ਫਿਰ ਕਮਜ਼ੋਰ ਪੈ ਜਾਏਗਾ। ਕਮਜ਼ੋਰ ਇਸ ਹਿਸਾਬ ਨਾਲ ਕਿ ਉਹ ਹਮਲਾ ਵੀ ਕਰੇਗਾ ਸਾਡੇ ਤੇ, ਲੇਕਿਨ ਆਮ ਜਨਤਾ ਦੀ ਸਮਰੱਥਾ ਹੋ ਜਾਏਗੀ ਉਹਦੇ ਖਿਲਾਫ ਲੜਾਈ ਲੜਨ ਦੀ, ਅਤੇ ਗੰਭੀਰਤਾ ਨਹੀਂ ਹੋਏਗੀ ਉਸ ਬਿਮਾਰੀ ਦੀ ਜ਼ਿਆਦਾ। ਜੀ। ਅਸੀਂ ਪਿਛਲੇ ਸਾਲ ਸਰਕਾਰ ਨੇ ਇੱਕਦਮ ਲਾਕਡਾਊਨ ਲਾ ਦਿੱਤਾ। ਹੁਣ ਲਾਕਡਾਊਨ ਲਗਾਉਣਾ ਬੜਾ ਮੁਸ਼ਕਿਲ ਹੈ, ਕਿਉਂਕਿ ਪਿਛਲੇ ਸਾਲ ਤੇ ਹੁਣ ਵੀ ਸਰਕਾਰ ਲਾਕਡਾਊਨ ਉਸੇ ਢੰਗ ਨਾਲ ਕੀਤੀ, ਤੇ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਖਤਰੇ ਹੋਣਗੇ, ਕਿਉਂਕਿ ਪਿਛਲੇ ਸਾਲ ਜਿਹੜੀ ਆਰਥਿਕਤਾ ਸੀ ਲਾਕਡਾਊਨ ਤੋਂ ਬਾਅਦ ਇੱਕਦਮ ਜੋ ਤਬਾਹੀ ਵੱਲ ਚਲੀ ਗਈ। ਹਾਲੇ ਵੀ ਬਹੁਤ ਸਾਰਿਆਂ ਦੇ ਵਪਾਰ, ਬਹੁਤ ਸਾਰਿਆਂ ਦੀਆਂ ਨੌਕਰੀਆਂ ਉਹ ਉੱਠੀਆਂ ਨਹੀਂ। ਮੇਰਾ ਮਤਲਬ ਪੂਰੀ ਨੀਂਹ ਤੇ ਨਹੀਂ ਆਈ ਹੈ। ਬਹੁਤ ਮੁਸ਼ਕਿਲ ਸਥਿਤੀ ਹਾਲੇ ਵੀ ਹੈ। ਆਰਥਿਕ ਸਥਿਤੀ, ਆਰਥਿਕ ਕਮਜ਼ੋਰੀ, ਸਾਡੇ ਦੇਸ਼ ਦੀ ਆਰਥਿਕਤਾ ਜੋ ਸਾਡੇ ਆਰਥਿਕ ਮਾਹਰ ਹਨ ਪ੍ਰੋਫੈਸਰ ਅਰੁਣ ਕੁਮਾਰ ਦੇ ਮੁਤਾਬਕ 25% ਨੈਗੇਟਿਵ ਸਾਡੀ ਗਰੋਥ ਹੋਏਗੀ ਆਉਣ ਵਾਲੇ 3 ਮਹੀਨਿਆਂ ਦੇ ਵਿੱਚ। ਸੋ ਇਸ ਲਈ ਜੋ ਹੈ ਲੋਕਾਂ ਨੂੰ ਹੀ ਇਹਦੇ ਬਾਰੇ ਸਬਕ ਸਿੱਖ ਕੇ ਕਿ ਸਾਵਧਾਨੀਆਂ ਵਰਤੀਆਂ ਜਾਣ ਵੱਧ ਤੋਂ ਵੱਧ, ਤਾਂ ਜੋ ਬਿਮਾਰੀ ਘੱਟ ਲੱਗੇ। ਅਵੇਸਲਾਪਨ ਕੁਛ ਹੱਦ ਤੱਕ ਹੀ, ਕਾਫੀ ਹੱਦ ਤੱਕ ਲੋਕਾਂ ਵਿੱਚ ਆ ਗਿਆ। ਲੋਕਾਂ ਨੇ ਸਮਝਿਆ ਵੀ ਸ਼ਾਇਦ ਕਰੋਨਾ ਖਤਮ ਹੋ ਗਿਆ। ਖਤਮ ਨਹੀਂ ਸੀ ਹੋਇਆ, ਇਹ ਘਟ ਗਿਆ ਸੀ ਤੇ ਹੁਣ ਦੁਬਾਰਾ ਆ ਰਿਹਾ। ਤੇ ਉਸੇ ਢੰਗ ਨਾਲ ਜੇ ਸਾਵਧਾਨੀਆਂ ਅਸੀਂ ਵਰਤਾਂਗੇ ਦੁਬਾਰਾ, ਤਾਂ ਇਸ ਨੂੰ ਫਿਰ ਠੱਲ ਪਾਈ ਜਾ ਸਕਦੀ ਹੈ। ਮੇਰੀ ਇਹ ਸਮਝ ਹੈ ਕਿ ਲੋਕਾਂ ਵਿੱਚ ਇਸ ਬਾਰੇ ਫਿਰ ਇੱਕ ਵਾਰੀ ਜਾਗਰੂਕਤੀ ਪੈਦਾ ਕਰਨੀ। ਇਹ ਠੀਕ ਹੈ ਕਿ ਲੋਕ ਅੱਕ ਜਾਂਦੇ ਨੇ ਮਾਸਕ ਪਾ ਕੇ। ਡਾਕਟਰ ਮਿੱਤਰ, ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਇੱਕ ਹੋਰ ਜਿਹੜਾ ਪੰਜਾਬ ਦੇ ਲਈ ਅਹਿਮ ਵੱਡੀ ਇੱਕ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ, ਉਹ ਕਿਹਾ ਜਾ ਰਿਹਾ ਕਿ ਜਿਹੜਾ ਬਰਤਾਨਵੀ ਵਾਇਰਸ ਹੈਗਾ ਉਹਦੇ ਕਰਕੇ ਪੰਜਾਬ 'ਚ ਹੁਣ ਕਰੋਨਾ ਨਵੇਂ ਰੂਪ 'ਚ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ। ਇਸ ਨਵੀਂ ਚੁਣੌਤੀ ਨੂੰ ਕਿਵੇਂ ਦੇਖ ਰਹੇ ਹੋ ਡਾਕਟਰ ਮਿੱਤਰਾ? ਦੇਖੋ, ਵਾਇਰਸ ਤੇ ਕੋਈ ਵੀ ਹੈ, ਉਸ ਨੂੰ ਸਾਨੂੰ ਸਾਵਧਾਨੀ ਨਾਲ ਹੀ ਰੋਕਿਆ ਜਾ ਸਕਦਾ ਹੈ। ਅਗਰ ਉਹ ਬਰਤਾਨਵੀ ਵਾਇਰਸ ਹੈ, ਇੱਕ ਉਹ ਨਵਾਂ ਵੇਰੀਐਂਟ ਹੈ, ਇਸ ਲਈ ਸ਼ਾਇਦ ਜੋ ਹੈ ਗਿਣਤੀ ਜੋ ਕੇਸਾਂ ਦੀ ਵੱਧ ਗਈ ਹੈ, ਇੱਕਦਮ ਵੱਧ ਗਈ ਹੈ, ਕਿਉਂਕਿ ਨਵਾਂ ਵਾਇਰਸ ਹੈ। ਪੁਰਾਣਾ ਵਾਇਰਸ ਦੇ ਖਿਲਾਫ ਤੇ ਕੁਝ ਸਾਡੇ ਸਰੀਰ 'ਚ ਇਮਿਊਨਿਟੀ ਵੀ ਪੈਦਾ ਹੋ ਗਈ, ਲੇਕਿਨ ਨਵੇਂ ਵਾਇਰਸ ਦੇ ਖਿਲਾਫ ਇਮਿਊਨਿਟੀ ਨਹੀਂ ਹੈ, ਨਵੀਂ ਸਟ੍ਰੇਨ ਹੈ। ਸਾਵਧਾਨੀ ਹੀ ਇਹਦਾ ਇੱਕ ਹੱਲ ਹੈ, ਹੋਰ ਇਹਦਾ ਕੋਈ ਇੱਕ ਹੱਲ ਨਹੀਂ ਹੈ। ਕਿਉਂਕਿ ਜਿਹੜਾ ਵੈਕਸੀਨ ਆਇਆ, ਵੈਕਸੀਨ ਦੇ ਅਸਰ ਉਹਨੂੰ ਟਾਈਮ ਲੱਗਦਾ ਹੈਗਾ। ਇੱਕ ਡੋਜ਼ ਲੱਗੇਗੀ, ਫਿਰ 8 ਹਫ਼ਤੇ ਬਾਅਦ ਉਹਦੀ ਅਗਲੀ ਡੋਜ਼ ਲੱਗੇਗੀ। ਜੀ ਡਾਕਟਰ ਸਾਹਿਬ, ਬਿਲਕੁਲ ਇੰਪੋਰਟੈਂਟ ਇਸ਼ੂ ਹੈ। ਮੈਂ ਵੈਕਸੀਨ ਦੇ ਮੁੱਦੇ ਤੇ ਦੁਬਾਰਾ ਆਵਾਂਗਾ ਤੁਹਾਡੇ ਵੱਲ, ਪਰ ਜਦੋਂ ਆਪਾਂ ਬਰਤਾਨਵੀ ਜਿਹੜਾ ਇੱਕ ਵਾਇਰਸ ਦੀ ਗੱਲ ਕਰਦੇ ਹਾਂ, ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਕਿੰਨਾ ਕੁ ਜ਼ਿਆਦਾ ਖਤਰਨਾਕ ਹੈ ਪਹਿਲਾਂ ਦੇ ਮੁਕਾਬਲੇ 'ਚ, ਜਾਂ ਇਹਦਾ ਕੁਝ ਇੰਪੈਕਟ ਜਾਂ ਅਸਰ ਘੱਟ ਨਜ਼ਰ ਆ ਰਿਹਾ ਹੈ? ਜਿਹੜਾ ਇੰਗਲੈਂਡ ਵਿੱਚ ਵੀ ਕੀਤਾ ਕਿ ਉੱਥੇ ਵੀ ਜੋ ਹੈ ਨਾ, ਲਾਗ ਦੀ क्षमता, ਲਾਗ ਦੀ ਸਪੀਡ ਜ਼ਿਆਦਾ ਹੈ, ਲੇਕਿਨ ਮ੍ਰਿਤੂ ਦਰ ਘੱਟ ਹੈ। ਇਹ ਲੱਗਦਾ ਬੜੀ ਤੇਜ਼ ਹੈ, ਇਸ ਲਈ ਗਿਣਤੀ ਇੱਕਦਮ ਵੱਧ ਰਹੀ ਹੈ, ਲੇਕਿਨ ਮ੍ਰਿਤੂ ਦਰ ਇਹਦੀ ਜੋ ਹੈ ਉਹ ਉਹਦੇ ਮੁਕਾਬਲਤਨ ਜਿਵੇਂ ਪਹਿਲੇ ਹੋਈ ਸੀ ਉਹਦੇ ਮੁਤਾਬਕ ਇਹਦੀ ਮ੍ਰਿਤੂ ਦਰ ਇੰਗਲੈਂਡ ਵਿੱਚ ਵੀ ਘੱਟ ਹੈ, ਤੇ ਇੱਥੇ ਵੀ ਹੁਣ ਤੱਕ ਅਸੀਂ ਇਹੀ ਪਾ ਰਹੇ ਹਾਂ ਕਿ ਮ੍ਰਿਤੂ ਦਰ ਉਨੀ ਜ਼ਿਆਦਾ ਨਹੀਂ ਹੈ ਜਿਵੇਂ ਕਿ ਪਹਿਲੇ ਹੋ ਰਹੀ ਸੀ, ਪਰ ਲਾਗ ਬੜੀ ਤੇਜ਼ੀ ਨਾਲ ਹੈ ਇਹਦੀ, ਬਹੁਤ ਤੇਜ਼ੀ ਨਾਲ ਹੈ। ਜੀ ਮਿਹਰਬਾਨੀ ਡਾਕਟਰ ਸਾਹਿਬ, ਮੈਂ ਵਾਪਸ ਆਵਾਂਗਾ ਤੁਹਾਡੇ ਵੱਲ। ਹਾਂਜੀ, ਥੈਂਕ ਯੂ ਡਾਕਟਰ ਸਾਹਿਬ। ਡਾਕਟਰ ਮਿੱਤਰਾ, ਜਿਸ ਤਰ੍ਹਾਂ ਤੁਸੀਂ ਇਹ ਜ਼ਿਕਰ ਕੀਤਾ ਹੈ ਡਾਕਟਰ ਤੇਜਰਾਮ, ਇਸ ਮੁੱਦੇ ਦੇ ਉੱਤੇ ਤੁਸੀਂ ਕਿਉਂਕਿ ਰੂਰਲ ਸਾਈਡ ਦੇ ਉੱਤੇ ਬਹੁਤ ਲੰਬੇ ਸਮੇਂ ਤੋਂ ਆਪਣੀ ਸੇਵਾ ਨਿਭਾ ਰਹੇ ਹੋ ਮੈਡੀਕਲ ਖੇਤਰ ਦੇ ਅੰਦਰ,
ਜੋ ਨਵਾਂ ਇੱਕ ਹੁਣ ਕਰੋਨਾ ਜਿਹੜਾ ਵਾਇਰਸ ਦਾ ਜਿਹੜਾ ਨਵੀਂ ਲਹਿਰ ਉੱਠੀ ਹੈ, ਨਵਾਂ ਖਤਰਾ ਸਾਹਮਣੇ ਆਇਆ ਹੈ, ਉਸ ਨੂੰ ਪੇਂਡੂ ਖੇਤਰ ਨਾਲ ਜੋੜ ਕੇ ਕਿਵੇਂ ਦੇਖਦੇ ਹੋ? ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਸੀ ਕਿ ਪਿੰਡ ਬਹੁਤ ਵੱਡੀ ਪੱਧਰ ਤੇ ਸੁਰੱਖਿਅਤ ਹੈ, ਉੱਥੇ ਜਿਹੜਾ ਕਰੋਨਾ ਦਾ ਪਹਿਲਾਂ ਵੀ ਕੋਈ ਏਦਾਂ ਦਾ ਖਤਰਨਾਕ ਹਮਲਾ ਨਜ਼ਰ ਨਹੀਂ ਆਇਆ। ਹੁਣ ਕਿਵੇਂ ਲੱਗਦਾ ਹੈ ਕਿ ਪੇਂਡੂ ਵਸੋਂ ਵੀ ਇਹਦੀ ਮਾਰ ਹੇਠ ਆ ਸਕਦੀ ਹੈ? ਸਰ ਜੀ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਪਹਿਲਾਂ ਵੀ ਜਦੋਂ ਕਰੋਨਾ ਫੈਲਿਆ ਪੰਜਾਬ 'ਚ ਜਾਂ ਦੇਸ਼ ਕਹਿ ਲਓ, ਤਾਂ ਪਹਿਲੇ ਰੂਰਲ ਇਲਾਕੇ ਇਹਨਾਂ ਨਹੀਂ ਸੀ ਦੇਖਣ 'ਚ ਆਇਆ। ਔਰ ਹੁਣ ਵੀ ਮੈਂ ਮਹਿਸੂਸ ਕਰ ਜਿਹੜਾ ਨਵੀਆਂ ਸਟ੍ਰੇਨ, ਇਹ ਤਾਂ ਖੈਰ ਹੁਣ ਪਤਾ ਲੱਗਿਆ ਸਾਨੂੰ ਜਿਹੜੀ ਟੈਸਟਿੰਗ ਹੋਈ ਹੈ, ਖਾਸ ਕਰ ਅੱਜ ਦੇ ਪੇਪਰਾਂ ਵਿੱਚ ਹੀ ਦਿੱਤਾ ਕਿ ਜਿਹੜੀ ਨਵੀਂ ਸਟ੍ਰੇਨ ਹੈ, ਜਿਹੜੀ ਬਰਤਾਨੀਆ ਦੀ ਉਹਦੀ ਕਿਸਮ ਹੈ, ਜੀ ਨਾਲ ਹੀ ਫੈਲਦੀ ਹੈ, ਜਿੱਦਾਂ ਡਾਕਟਰ ਮਿੱਤਰਾ ਨੇ ਜ਼ਿਕਰ ਕੀਤਾ। ਪਰ ਅਜੇ ਤੱਕ ਵੀ ਜਿਹੜੇ ਪੇਂਡੂ ਇਲਾਕੇ ਆ, ਇਹਨਾਂ ਵਿੱਚ ਇਹ ਦੇਖਣ ਵਿੱਚ ਆ ਰਿਹਾ ਕਿ ਕੋਈ ਬਹੁਤ ਜ਼ਿਆਦਾ ਅਸਰ ਦਿਖਾਈ ਨਹੀਂ ਦੇ ਰਿਹਾ ਰੂਰਲ ਇਲਾਕਿਆਂ ਵਿੱਚ। ਜੀ, ਔਰ ਜਿਹੜੀ ਮਾਰੂ ਹੈ ਬਿਮਾਰੀ ਦੀ ਜਿਹੜੀ ਸ਼ਕਤੀ ਹੈ, ਇਹ ਫੈਲਣ ਦੀ ਸ਼ਕਤੀ ਠੀਕ ਹੈ, ਇਹਦੀ ਬਹੁਤ ਜ਼ਿਆਦਾ ਹੈ। ਔਰ ਜਿੱਦਾਂ ਡਾਕਟਰ ਮਿੱਤਰਾ ਨੇ ਕਿਹਾ ਕਿ ਇਤਨੀ ਘਾਤਕ ਨਹੀਂ ਹੈ ਬਿਮਾਰੀ ਇਹ ਜਿਹੜੀ ਹੋਣ ਵਾਲੀ ਨਵੀਂ ਸਟ੍ਰੇਨ ਹੈ। ਤਾਂ ਅਜੇ ਤੱਕ ਜਿਹੜਾ ਸਾਡੀ ਨੋਟਿਸ ਦੇ ਵਿੱਚ ਇੱਥੇ ਰੂਰਲ ਇਲਾਕਿਆਂ ਵਿੱਚ ਹੈ, ਤਾਂ ਮੇਰੇ ਖਿਆਲ ਵਿੱਚ ਅਜੇ ਠੀਕ ਹੈ ਵੀ ਅਵੇਸਲਾਪਨ ਬਹੁਤ ਜ਼ਿਆਦਾ ਹੈ, ਲੋਕ ਪਰੇਸ਼ਾਨ ਅਜੇ ਵੀ ਰਹਿ ਰਹੇ। ਔਰ ਨੰਬਰ ਆਫ ਜਿਹੜੇ ਕੇਸਿਸ ਹੈ ਉਹ ਤੇਜ਼ੀ ਨਾਲ ਵੱਧ ਰਹੇ ਆ ਪੰਜਾਬ ਵਿੱਚ ਖਾਸ ਕਰ, ਔਰ ਪੂਰੇ ਦੇਸ਼ ਵਿੱਚ ਹੀ। ਪਰ ਸਾਡਾ ਜਿਹੜਾ ਰੂਰਲ ਇਲਾਕੇ ਅਜੇ ਵੀ ਪੇਂਡੂ ਇਲਾਕੇ ਹੈ, ਕਿਉਂਕਿ ਉੱਥੋਂ ਦੇ 50% ਪੇਸ਼ੈਂਟ ਅਸੀਂ ਰੂਰਲ ਇਲਾਕਿਆਂ ਦੇ ਦੇਖ ਰਹੇ ਹਾਂ, ਤਾਂ ਉਹਦੇ ਵਿੱਚ ਅਜੇ ਤੱਕ ਬਹੁਤ ਜ਼ਿਆਦਾ ਨਹੀਂ ਹੈ ਉਹਦਾ ਪ੍ਰਭਾਵ। ਚਾਹੇ ਸਟ੍ਰੇਨ ਕਿੰਨੀ ਵੀ ਤੇਜ਼ੀ ਨਾਲ ਫੈਲਣ ਵਾਲੀ ਹੈ, ਪਰ ਅਜੇ ਰੂਰਲ ਇਲਾਕੇ ਮੈਂ ਸਮਝਦਾ ਵੀ ਕਾਫੀ ਹੱਦ ਤੱਕ ਇਹ ਤੋਂ ਬਚੇ ਹੋਏ ਨੇ। ਜੀ ਡਾਕਟਰ ਸਾਹਿਬ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਰੂਰਲ ਖੇਤਰ ਕਾਫੀ ਹੱਦ ਤੱਕ ਬਚਿਆ ਹੋਇਆ, ਪਰ ਖਤਰਾ ਤਾਂ ਫਿਰ ਵੀ ਜਿਹੜਾ ਮੰਡਰਾ ਹੀ ਰਿਹਾ ਹੈ। ਇੱਕ ਸਵਾਲ ਮੈਂ ਇਹ ਵੀ ਲੈਣਾ ਚਾਹੁੰਦਾ ਕਿ ਪੂਰਾ 1 ਸਾਲ ਨਿਕਲ ਗਿਆ, ਤਾਲਾਬੰਦੀ ਨੂੰ ਆਪਾਂ 24 ਮਾਰਚ ਦੀ ਗੱਲ ਕਰਦੇ ਹਾਂ। ਇਸ 1 ਸਾਲ ਦੇ ਦੌਰਾਨ ਕੀ ਜਿਹੜੀ ਸਮੇਂ ਦੀ ਸਰਕਾਰ ਹੈ, ਉਹਨੇ ਜਿਹੜਾ ਰੂਰਲ ਜਿਹੜਾ ਪੇਂਡੂ ਖੇਤਰ ਦਾ ਜਿਹੜਾ ਹੈਲਥ ਸਟਰਕਚਰ ਹੈ, ਸਿਸਟਮ ਹੈ, ਉਹਨੂੰ ਸਟਰੋਂਗ ਕਰਨ ਦੇ ਲਈ ਜਾਂ ਕੋਈ ਇਹਦੀ ਚੁਣੌਤੀ ਆਉਂਦੀ ਹੈ, ਭਵਿੱਖ 'ਚ ਕੋਈ ਮਹਾਮਾਰੀ ਆਉਂਦੀ ਹੈ, ਜਾਂ ਇਹੀ ਜਿਹੜੀ ਹੈਗੀ ਹੈ ਵੱਡਾ ਰੂਪ ਧਾਰਨ ਕਰ ਸਕਦੀ ਹੈ? ਰੂਰਲ ਸਾਈਡ ਦੇ ਪੇਂਡੂ ਖੇਤਰ ਤੇ ਜਿਹੜਾ ਸਿਹਤ ਸੇਵਾਵਾਂ ਹੈ, ਉਹਨਾਂ ਨੂੰ ਕੋਈ ਮਜ਼ਬੂਤ ਕਰਨ ਵਾਲੇ ਪਾਸੇ ਵੱਲ ਨੂੰ ਕੋਈ ਲੱਗਦਾ ਕਿ 1 ਸਾਲ 'ਚ ਸਬਕ ਸਿੱਖ ਕੇ ਸਰਕਾਰ ਨੇ ਕੋਈ ਕੰਟਰੀਬਿਊਟ ਕੀਤਾ, ਜਾਂ ਸਿਰਫ ਮੀਡੀਆ ਦੇ ਵਿੱਚ ਬਿਆਨਬਾਜ਼ੀ ਤੱਕ ਹੀ ਸੀਮਿਤ ਹੈ? ਨਹੀਂ, ਬਿਲਕੁਲ ਹੀ ਬਹੁਤ ਹੀ ਘੱਟ। ਕੋਈ ਵੀ ਸਰਕਾਰ ਵੱਲੋਂ ਰੂਰਲ ਇਲਾਕੇ ਵਿੱਚ ਕੋਈ ਇਦਾਂ ਦੇ ਪ੍ਰਬੰਧ ਨਹੀਂ ਕੀਤੇ ਗਏ ਪਿਛਲੇ ਸਾਲ ਦੇ ਦੌਰਾਨ, ਜਿਹਦੇ ਨਾਲ ਟੈਸਟਿੰਗ ਵੱਧ ਸਕੇ, ਜਾਂ ਜਿਹੜੇ ਲੋਕ ਪ੍ਰਭਾਵਿਤ ਹੈ ਇਸ ਬਿਮਾਰੀ ਤੋਂ ਉਹਨਾਂ ਨੂੰ ਸਮੇਂ ਸਿਰ ਲਿਜਾ ਕੇ ਅੱਛੇ ਸੈਂਟਰਾਂ ਤੇ ਉਹਨਾਂ ਦਾ ਇਲਾਜ ਕੀਤਾ ਜਾ ਸਕੇ। ਬਿਲਕੁਲ ਹੀ ਨਹੀਂ। ਇੱਕ ਪ੍ਰਚਾਰ ਦੇ ਤੌਰ ਤੇ ਸੈਂਟਰ ਕੁਝ ਖੁੱਲੇ ਆਲੇ ਦੁਆਲੇ, ਜਿੱਥੇ ਕਿ ਪਿਛਲੇ ਸਮੇਂ ਦੌਰਾਨ ਅਸੀਂ ਦੇਖਿਆ ਹੈ ਬਹੁਤ ਸਾਰੇ ਪੇਸ਼ੈਂਟਸ, ਚਾਹੇ ਉਹ ਸ਼ੱਕੀ ਹਾਲਤ ਦੇ ਵਿੱਚ ਵੀ, ਚਾਹੇ ਉਹ ਲੱਗਦੇ ਨਹੀਂ ਸੀ ਕਿ ਹੈ, ਉਹਨਾਂ ਨੂੰ ਪੋਜ਼ਿਟਿਵ ਕਹਿ ਕੇ ਉੱਥੇ ਰੱਖਿਆ ਗਿਆ। ਵਿੱਚ ਤਾਂ ਇੱਥੇ ਵੀ ਆਮ ਪ੍ਰਭਾਵ ਸੀ, ਖਾਸ ਕਰ ਪੇਂਡੂ ਇਲਾਕਿਆਂ ਵਿੱਚ, ਕਿ ਇਹ ਸਿਰਫ ਉੱਥੇ ਗਿਣਤੀ ਵਧਾ, ਕਿਉਂਕਿ ਹਰ ਪੇਸ਼ੈਂਟ ਦੇ ਨਾਮ ਤੇ ਕੁਝ ਪੈਸਾ ਆ ਰਿਹਾ ਇਹਨਾਂ ਨੂੰ, ਸ਼ਾਇਦ WHO ਜਾਂ ਇੰਟਰਨੈਸ਼ਨਲ ਏਜੰਸੀਜ਼ ਵੱਲੋਂ। ਤਾਂ ਉੱਥੇ ਇੰਨੇ ਮਾੜੇ ਸੀ, ਨਾ ਤਾਂ ਉੱਥੇ ਕੋਈ ਰਹਿਣ ਦਾ ਪ੍ਰਬੰਧ ਪ੍ਰੋਪਰ ਸੀ, ਖਾਣ ਦਾ ਪ੍ਰਬੰਧ ਕੋਈ ਨਹੀਂ ਸੀ, ਕੋਈ ਸੈਨੇਟਰੀ ਮਤਲਬ ਬਾਥਰੂਮ ਜਾਂ ਟਾਇਲਟਸ, ਉਹਦੀ ਹਾਲਤ ਬਹੁਤ ਤਰਸਯੋਗ ਸੀ। ਤਾਂ ਉੱਥੋਂ ਲੋਕਾਂ ਨੂੰ ਇਹ ਕਹਿੰਦੇ ਸੀ ਆ ਕੇ ਵੀ ਅਸੀਂ ਤਾਂ ਜਿੱਦਾਂ ਜੇਲ੍ਹ ਵਿੱਚ ਕੱਟ ਆਏ 5-7 ਦਿਨ, ਉੱਦਾਂ ਦੀ ਹਾਲਾਤ ਦੇ ਵਿੱਚ ਰਹਿ ਕੇ ਆਏ ਨੇ ਲੋਕ। ਉਹ ਕੋਈ ਉਹਨਾਂ ਦਾ ਉੱਥੇ ਪ੍ਰੋਪਰ ਇਲਾਜ ਜਾਂ ਟ੍ਰੀਟਮੈਂਟ ਵੀ ਨਹੀਂ ਹੋਇਆ, ਸਿਵਾਏ ਸਧਾਰਨ ਪੈਰਾਸੀਟਾਮੋਲ ਜਾਂ ਜੋ ਆਮ ਦਵਾਈਆਂ, ਉਹ ਤੋਂ ਇਲਾਵਾ। ਤੇ ਹੁਣ ਵੀ ਜਿਹੜਾ ਰੂਰਲ ਇਲਾਕਿਆਂ 'ਚ ਕੋਈ ਟੈਸਟਿੰਗ ਵਗੈਰਾ ਨਹੀਂ ਹੋ ਰਹੀ ਪ੍ਰੋਪਰ, ਤੇ ਨਾ ਹੀ ਮੇਰਾ ਖਿਆਲ ਸਿਵਾਏ ਜਿਹੜੀਆਂ ਐਡਵਰਟਾਈਜ਼ਮੈਂਟਾਂ ਦੀਆਂ ਜਾਂ ਪੇਪਰਾਂ ਵਿੱਚ ਦੇ ਰਹੇ ਨੇ, ਉਹਨਾਂ ਨੂੰ ਛੱਡ ਦਈਏ ਤਾਂ ਕੋਈ ਇਫੈਕਟਿਵ ਜਿਹੜੇ ਉੱਥੇ ਗਰਾਊਂਡ ਤੇ ਦਿਖਾਈ ਦਿੰਦੇ ਆ ਪ੍ਰਬੰਧ, ਉਹ ਨਹੀਂ ਹੈ ਪੰਜਾਬ ਸਰਕਾਰ ਦੇ ਖਾਸ ਕਰ। ਡਾਕਟਰ ਤੇਜਰਾਮ, ਤੁਸੀਂ ਅਹਿਮ ਮੁੱਦੇ ਤੇ ਗੱਲ ਕਰ ਰਹੇ ਹੋ। ਬਹੁਤ ਵੱਡਾ ਸਵਾਲ ਹੈ ਇਹ, ਜਿੱਦਾਂ ਦੀਆਂ ਦਾਅਵੇਦਾਰੀਆਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਹੈ, ਕਿਉਂਕਿ ਕਰੋਨਾ ਲਈ ਕੋਈ ਜਿੱਦਾਂ ਆਪਾਂ ਕੋਈ ਵਾਰਡ ਤਾਂ ਹੈ ਨਹੀਂ ਕਿ ਸ਼ਹਿਰ ਅਤੇ ਪਿੰਡ ਆ, ਉਹ ਪਿੰਡਾਂ 'ਚ ਵੀ ਫੈਲ ਸਕਦਾ ਜੋ ਖਤਰਾ ਨਜ਼ਰ ਆ ਰਿਹਾ ਹੈ। ਪਰ ਜਿੱਡੀ ਵੱਡੀ ਪੱਧਰ ਤੇ ਮੀਡੀਆ 'ਚ ਪ੍ਰਚਾਰ ਹੋ ਰਿਹਾ, ਤੁਹਾਨੂੰ ਲੱਗਦਾ ਕਿ ਜੇ ਇਹ ਖਤਰਾ ਪਿੰਡਾਂ ਦੇ 'ਚ ਵੱਧਦਾ ਤਾਂ ਉਹਦੇ ਟਾਕਰੇ ਦੇ ਲਈ ਸਾਡੇ ਕੋਲੇ ਕੋਈ ਪ੍ਰਬੰਧ ਹੀ ਨਹੀਂ, ਬਹੁਤ ਮਾੜੇ ਨਤੀਜੇ ਨਿਕਲ ਸਕਦੇ ਹੈ ਜੇਕਰ ਇਦਾਂ ਦੀ ਸਥਿਤੀ ਰਹੀ ਹੈ, ਜੇ ਪਿੰਡਾਂ ਦੇ ਵਿੱਚ ਵੀ ਜਿਹੜਾ ਹੈਗਾ ਇਹ ਕਰੋਨਾ ਫੈਲਦਾ ਹੈ?
ਬਿਲਕੁਲ ਨਿਕਲ ਸਕਦੇ ਆ। ਖਾਸ ਕਰ ਬਹੁਤ ਜ਼ਿਆਦਾ ਜਿਹੜੇ ਗਰੀਬ ਬਸੋਂ ਨੇ, ਜਿਹੜੇ ਨਿੱਤ ਦਿਹਾੜੀ ਕਰਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਨੇ, ਔਰ ਉਹਨਾਂ ਕੋਲੇ ਕੋਈ ਬਹੁਤ ਅੱਛੇ ਸਾਧਨ ਰਹਿਣ ਦੇ ਵੀ ਨਹੀਂ ਨੇ, ਨਾ ਹੀ ਉਹਨਾਂ ਦੀ ਕੋਈ ਖਾਣ ਪੀਣ ਦਾ ਜਿਹੜੇ ਹਾਲਾਤ ਰਹੇ ਨੇ ਚੰਗੇ ਨੇ ਕਿ ਚੰਗੀ ਖੁਰਾਕ ਲੈ ਰਹੇ ਨੇ, ਚੰਗੀ ਡਾਈਟ ਲੈ ਰਹੇ ਨੇ। ਕਿਸੇ ਵੇਲੇ ਵੀ ਇਹ ਬਿਮਾਰੀ, ਜਿਸ ਤਰ੍ਹਾਂ ਇਹ ਨਵੀਆਂ ਆਈਆਂ ਸਟੇਨਸ, ਚਾਹੇ ਉਹ ਬਰਤਾਨੀਆ ਦੀ ਹੈ ਚਾਹੇ ਅਫਰੀਕਾ ਦੀ ਕਹਿ ਰਹੇ ਨੇ, ਉਹਨਾਂ ਨਾਲ ਕਿਸੇ ਵੇਲੇ ਵੀ ਇਹ ਰੂਰਲ ਇਲਾਕੇ ਨੂੰ ਵੀ ਆਪਣੀ ਲਪੇਟ ਵਿੱਚ ਲੈ ਸਕਦੀ ਹੈ ਬਿਮਾਰੀ। ਕਿਉਂਕਿ ਜਿਸ ਤਰ੍ਹਾਂ ਦਾ ਵੇਸਲਾਪਨ ਔਰ ਦੇਖਿਆ ਜਾ ਰਿਹਾ ਲੋਕਾਂ ਵਿੱਚ, ਪਾਪੂਲੇਸ਼ਨ ਦੇ ਵਿੱਚ, ਉਹਦਾ ਕਾਰਨ ਇਹ ਵੀ ਹੈ ਕਿ ਪਿਛਲੇ ਸਾਲ ਜਿੰਨਾ ਬਹੁਤ ਜ਼ਿਆਦਾ ਡਰਾਇਆ ਗਿਆ ਲੋਕਾਂ ਨੂੰ, ਤੇ ਹੋਇਆ ਕੁਝ ਵੀ ਨਹੀਂ। ਜਿੱਦਾਂ ਪਿਛਲੇ ਵਾਰ ਲਾਕਡਾਊਨ ਦੀ ਗੱਲ ਕੀਤੀ, ਤੁਸੀਂ ਵੀ ਕੀਤੀ, ਬਿਨਾਂ ਕਿਸੇ ਤਿਆਰੀ ਤੋਂ ਲਾਇਆ ਗਿਆ, ਉਹਦੇ ਨਾਲ ਬਹੁਤ ਜ਼ਿਆਦਾ ਜਿਹੜੀ ਲਾਰਜ ਸੈਕਸ਼ਨ ਆਫ ਪਾਪੂਲੇਸ਼ਨ, ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ, ਖਾਸ ਕਰ ਗਰੀਬ ਲੋਕਾਂ ਦਾ, ਜੋ ਰੋਜ਼ ਦੀ ਦਿਹਾੜੀ ਕਰਕੇ ਆਪਣੇ ਪਰਿਵਾਰ ਨੂੰ ਪਾਲਦੇ ਸੀ। ਤਾਂ ਹੁਣ ਉਹ ਇਹਨਾਂ ਗੱਲਾਂ ਲਈ ਕਹਿ ਲਓ ਵੀ ਤਿਆਰ ਨੇ, ਕਿਉਂਕਿ ਉਹ ਸਮਝਦੇ ਵੀ ਗਵਰਨਮੈਂਟ ਨੇ ਸਾਡੇ ਨਾਲ ਇੱਕ ਤਰ੍ਹਾਂ ਦਾ ਉਸ ਵੇਲੇ ਧੋਖਾ ਹੀ ਕੀਤਾ। ਤਾਂ ਹੁਣ ਵੀ ਸ਼ਾਇਦ ਸਰਕਾਰ ਇਹ ਜਾਰੀ ਕਰ ਰਹੀ ਹੈ। ਉਹ ਇਹਦੀ ਗੰਭੀਰਤਾ ਨੂੰ ਸ਼ਾਇਦ ਇਹ ਵੀ ਇੱਕ ਕਾਰਨ ਹੈ ਵੀ ਉਹ ਇਸ ਨੂੰ ਬੜਾ ਹਲਕੇ ਵਿੱਚ ਲੈ ਰਹੇ ਨੇ, ਔਰ ਅਵੇਸਲਾਪਨ ਬਹੁਤ ਹੈ। ਕਿੰਨੀ ਵੀ ਅਸੀਂ ਉਹਨਾਂ ਨੂੰ ਸਿਹਤ ਦੀ ਸੰਭਾਲ ਸੰਬੰਧੀ ਜਾਣਕਾਰੀ ਦਿੰਦੇ ਹਾਂ, ਚਾਹੇ ਕਿ ਮੁੱਢਲੀ ਜਾਣਕਾਰੀ ਹੈ, ਤੁਸੀਂ ਮਾਸਕ ਲਾਓ ਜਾਂ ਦੂਰੀ ਬਣਾ ਕੇ ਰੱਖੋ ਜਾਂ ਹੱਥ ਧੋਵੋ, 3 ਸਟੈਪਸ ਹੈ ਜਿਹੜੇ ਅਸੀਂ ਜ਼ਰੂਰ ਦੱਸਦੇ ਹਾਂ, ਪਰ ਉਹ ਬਹੁਤ ਹੋ ਰਿਹਾ। ਤੇ ਇਸ ਜਿੱਦਾਂ ਦੀ ਇਹ ਹੈ, ਜਿਹੜਾ ਕਿਸਮ ਹੈ ਬਰਤਾਨੀਆ ਵਾਇਰਸ ਦੀ, ਤੇਜ਼ੀ ਨਾਲ ਕਿਸੇ ਵੇਲੇ ਵੀ ਫੈਲ ਸਕਦੀ ਹੈ। ਇਹ 'ਚ ਕੋਈ ਉਹਨੇ ਇਹਦੇ ਦੇਖਿਆ ਨਹੀਂ ਵੀ ਇਹ ਲੈ ਜਾਂ ਅਰਬਨ ਹੈ, ਤਾਂ ਕਿਉਂਕਿ ਅਰਬਨ 'ਚ ਥੋੜਾ ਜਿਹਾ ਅਸੀਂ ਭੀੜ ਭਾੜ ਜ਼ਿਆਦਾ ਹੁੰਦੀ ਹੈ ਇਲਾਕਿਆਂ 'ਚ, ਉਹ ਕੰਪੈਰੀਟਿਵਲੀ ਉਹਦੇ ਮੁਕਾਬਲੇ ਪਿੰਡਾਂ ਵਿੱਚ ਘੱਟ ਹੈ। ਤਾਂ ਸ਼ਾਇਦ ਪਰ ਕਿਸੇ ਵੇਲੇ ਵੀ ਇਹ ਬੜਾ ਗੰਭੀਰ ਰੂਪ ਧਾਰਨ ਕਰ ਸਕਦੀ ਹੈ ਪਿੰਡਾਂ ਵਿੱਚ ਵੀ। ਤੇ ਉਹਦੇ ਲਈ ਬਿਲਕੁਲ ਥੈਂਕ ਯੂ ਜੀ, ਥੈਂਕ ਯੂ ਡਾਕਟਰ ਸਾਹਿਬ। ਸਚਦੇਵਾ ਜੀ, ਬਹੁਤ ਵੱਡਾ ਸਵਾਲ ਜੋ ਪ੍ਰਸਥਿਤੀਆਂ ਬਣੀਆਂ, ਇਹ ਵੀ ਆ ਕੇ ਇਹ ਸਵਾਲ ਖੜਾ ਹੁੰਦਾ ਹੈ, ਜਿਸ ਤਰ੍ਹਾਂ ਅਚਾਨਕ ਜਿਹੜਾ ਅੱਜ ਦੇ ਦਿਨ ਤੇ ਸਾਲ ਪਹਿਲਾਂ ਤਾਲਾਬੰਦੀ ਕੀਤੀ ਗਈ, ਹੁਣ ਵੀ ਸਰਕਾਰਾਂ ਦਬਕੇ ਮਾਰਦੀਆਂ ਜੀ ਹੋਰ ਸਖਤ ਸਟੈਪ ਲਏ ਜਾ ਸਕਦੇ ਹੈ, ਤਾਲਾਬੰਦੀ ਵੀ ਕੀਤੀ ਜਾ ਸਕਦੀ ਹੈ। ਕੀ ਲੱਗਦਾ ਕਿ ਕੇਵਲ ਸਖਤ ਕਦਮ ਲੈਣੇ ਜਾਂ ਤਾਲਾਬੰਦੀ ਇਹਦਾ ਕਰੋਨਾ ਦਾ ਕੋਈ ਹੱਲ ਹੈ? ਜੋ 1 ਸਾਲ ਤੁਸੀਂ ਭੁਗਤਿਆ, ਉਸ ਨੂੰ ਕਿਵੇਂ ਦੇਖ ਰਹੇ ਹੋ ਸਚਦੇਵਾ ਜੀ? ਸਰਕਾਰਾਂ ਦੇ ਦਾਅਵੇ ਤੇ ਜ਼ਮੀਨੀ ਹਕੀਕਤਾਂ ਕਿੱਥੇ ਹੈ? ਓਕੇ ਜਿਹੜੀ ਜੋ ਸਿਚੁਏਸ਼ਨ 1 ਸਾਲ ਦੇ ਵਿੱਚ ਅਸੀਂ ਫੇਸ ਕੀਤੀ ਹੈ, ਮੈਂ ਸਮਝਦਾ ਅਸੀਂ ਅੱਜ ਵੀ ਉਸੇ ਖਤਰਿਆਂ ਦੇ ਵਿੱਚ ਮੰਡਰਾ ਰਹੇ ਹਾਂ, ਔਰ ਕੋਈ ਸਾਡੀ ਕਿਸੇ ਲੈਵਲ ਤੇ ਵੀ ਕੋਈ ਇੰਪਰੂਵਮੈਂਟ ਨਹੀਂ ਹੋ ਪਾਈ। ਜੇ ਗਵਰਨਮੈਂਟ ਵੱਲੋਂ ਕਹੀਏ ਤੇ ਗਵਰਨਮੈਂਟ ਦੇ ਵਿੱਚ ਵੀ ਉਹੀ ਲੈਪਸਿਸ, ਉਹੀ ਪਲਾਨ ਪ੍ਰੋਬਲਮਸ ਚੱਲ ਰਹੀਆਂ ਜਿਹੜੀਆਂ ਅਸੀਂ ਅੱਜ ਕਹੀਏ ਕਿ ਵੀ 10 ਮਹੀਨੇ ਪਹਿਲੇ ਸੀਗੀਆਂ। ਉਹ ਇੱਕ ਵੈਕਸੀਨ ਆ ਗਈ, ਨੋ ਡਾਊਟ, ਲੇਕਿਨ ਨਾ ਤੇ ਲੋਕਾਂ ਨੇ ਸੀਰੀਅਸਲੀ ਇਹਨੂੰ ਅਜੇ ਤੱਕ ਸੋਸ਼ਲੀ ਇਹਨੂੰ ਅਡਾਪਟ ਕੀਤਾ। ਜੇ ਪੰਜਾਬ ਦੀ ਗੱਲ ਕਰੀਏ, ਜਿੱਥੇ ਇਸ ਵੇਲੇ ਕਰੋਨਾ ਦੇ ਇੰਨੇ ਜ਼ਿਆਦਾ ਕੇਸ ਵਧੇ ਹੈ, ਇਹਦੇ 'ਚ ਸਭ ਤੋਂ ਜ਼ਿਆਦਾ ਸਾਡਾ ਆਪਣਾ ਕਸੂਰ ਹੈ, ਕਿਉਂਕਿ ਅਸੀਂ ਸੋਸ਼ਲ ਗੈਦਰਿੰਗਸ ਔਰ ਪਬਲਿਕਲੀ ਮੂਵਮੈਂਟ ਦੇ ਵਿੱਚ ਕੋਈ ਪਰਹੇਜ਼ ਨਹੀਂ ਕਰ ਰਹੇ। ਬਹੁਤ ਜ਼ਿਆਦਾ ਵਾਇਲੇਸ਼ਨਸ ਚੱਲ ਰਹੀਆਂ, ਬੜੇ ਵੱਡੇ ਫੰਕਸ਼ਨ ਚੱਲ ਰਹੇ ਸੀ। ਅੱਜ ਤੋਂ 15 ਦਿਨ ਪਹਿਲੇ 1000 1500 ਲੋਕਾਂ ਦੀਆਂ ਗੈਦਰਿੰਗ ਚੱਲ ਰਹੀਆਂ ਸੀ, ਔਰ ਦੁਕਾਨਾਂ ਦੇ ਵਿੱਚ, ਮਾਰਕੀਟਸ ਦੇ ਵਿੱਚ, ਸਟਰੀਟ ਸ਼ਾਪਸ ਦੇ ਵਿੱਚ ਕੋਈ ਲੋਕ ਮਾਸਕ ਲਗਾ ਕੇ ਮਤਲਬ ਆਪਣੀ ਮੂਵਮੈਂਟ ਨੂੰ ਤਿਆਰ ਨਹੀਂ ਸੀ। ਵਿਦਆਊਟ ਮਾਸਕ ਮੂਵਮੈਂਟ ਸ਼ੁਰੂ ਹੋ ਗਈ ਸੀ। ਈਵਨ ਪੰਜਾਬ ਦੇ ਡਿਸਟ੍ਰਿਕਟਸ ਦੇ ਵਿੱਚ ਤੇ ਕਹਿੰਦੇ ਆ ਵੀ 10 to 15% ਮਾਸਕ ਰਹਿ ਗਿਆ ਸੀ, ਜਿਹੜਾ ਕਿ ਹੁਣ ਮੈਂ ਸਮਝਦਾ ਵੀ 40-50 ਤੇ ਸ਼ਾਇਦ ਆ ਜਾਣਾ ਚਾਹੀਦਾ ਜਾਂ ਆ ਗਿਆ ਹੋਏਗਾ। 2 ਮਾਹਰ ਡਾਕਟਰਸ ਬੈਠੇ ਆ ਨਾਲ, ਉਹ ਦੱਸ ਪਾਉਣਗੇ। ਪਰ ਇਹ ਜਦ ਤੱਕ ਸਰ, ਇਹ ਤੇ ਹੁਣ ਮੈਂ ਤੁਹਾਨੂੰ ਆਪਣੀ ਦੀ ਦੱਸਦਾ ਹੈਗਾ ਐਗਜ਼ਾਮਪਲ, ਕਿ ਉੱਥੇ ਉਹ ਜੇ ਖਾਣਾ ਵੀ ਖਾਂਦੇ ਆ ਨਾ, ਤੇ ਅਲੱਗ ਹੋ ਕੇ ਹਰ ਇੱਕ ਬੰਦਾ ਆਪਣਾ ਖਾਣਾ ਖਾਂਦਾ ਹੈ, ਔਰ ਮਾਸਕ ਤੋਂ ਬਿਨਾ ਜੇ 18 ਘੰਟੇ ਜਾਂ 16 ਘੰਟੇ ਆਪਣੀ ਮੂਵਮੈਂਟ 'ਚ ਰਹਿੰਦੇ ਆ ਤੇ ਮਾਸਕ ਨਹੀਂ ਉਤਾਰਦੇ, ਚਾਹੇ ਉਹ ਇਕੱਲੇ ਵੀ ਘਰ ਹੋਣ। ਤੇ ਉਹਨਾਂ ਨੇ ਆਪਣਾ ਕੰਟਰੋਲ ਕਰ ਲਿਆ। ਇਸ ਤਰ੍ਹਾਂ ਕਈ ਹੋਰ ਕੰਟਰੀਜ਼ ਆ, ਉਹਨਾਂ ਨੇ ਕੰਟਰੋਲ ਕਰ ਲਿਆ। ਲੇਕਿਨ ਸਾਡੇ ਇੰਡੀਆ 'ਚ ਤੇ ਚਲੋ ਫਿਰ ਵੀ ਕਈ ਜਗ੍ਹਾ ਤੇ ਬਹੁਤ ਕੰਟਰੋਲ ਹੈ, ਲੋਕ ਬਹੁਤ ਡਿਸਿਪਲਿਨਡ ਹੈ। ਪਰ ਪੰਜਾਬ
ਔਰ ਨਾਰਥ ਦੇ ਵਿੱਚ ਖਾਸ ਕਰਕੇ ਪੰਜਾਬ 'ਚ ਬਹੁਤ ਬੁਰੀ ਹਾਲਤ ਹੈ। ਇਸ ਨੂੰ ਕੰਟਰੋਲ ਕਰਨ ਵਾਸਤੇ ਸਾਨੂੰ ਆਪ ਨੂੰ ਸੁਧਰਨਾ ਪਏਗਾ ਔਰ ਇਹ ਬਾਕੀ ਮੈਂ ਅਗਲੀ ਨੈਕਸਟ ਤੁਹਾਡੇ ਜਵਾਬ ਦੇਵਾਂਗਾ, ਲੇਕਿਨ ਇਹ ਨਾਲ ਹੀ ਚੱਲਣਾ ਜੀ ਸਹਿਦੇਵਾ ਜੀ 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 ਸਰ, ਆਪਾਂ ਇੱਕ ਬ੍ਰੇਕ ਲੈਣੇ ਆ। ਬ੍ਰੇਕ ਤੋਂ ਬਾਅਦ ਤੁਹਾਡੀ ਇੰਡਸਟਰੀ ਨਾਲ ਜੁੜਿਆ ਇੱਕ ਸਵਾਲ ਮੈਂ ਜ਼ਰੂਰ ਲੈਣਾ ਚਾਹਾਂਗਾ, ਫਿਰ ਮੈਂ ਬਾਕੀ ਮਹਿਮਾਨਾਂ ਨੂੰ ਰਿਕੁਐਸਟ ਕਰਾਂਗਾ ਅਗਲੇ ਸਵਾਲਾਂ ਲਈ। ਛੋਟੀ ਜੀ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਵਾਪਸ। कोरोना महामारी, तालाबंदी 24 मार्च, एक साल निकल गया। समाज ते सरकारां ने की सबक सिक्ख्या, इसे मुद्दे ते लवांगे सवाल छोटी जी ब्रेक के बाद। नज़रिए दी डिबेट दर्शकों का मुड़ एक बार स्वागत। सतेजा जी, ब्रेक तो पहले जिस मुद्दे ते आपां गल कर रहे सी, एक बड़ा अहम सवाल है कि पूरा एक साल निकल जाने के बाद जो साडा इंडस्ट्री का पिछले एक साल दे हशर होया, ਅਸੀਂ ਇਹ ਜਾਣਨਾ ਚਾਹਾਂਗੇ ਕਿ ਇੱਕ ਸਾਲ ਦੇ ਅੰਦਰ ਸਰਕਾਰ ਨੇ ਇੰਡਸਟਰੀ ਨੂੰ ਪੈਰਾਂ ਸਿਰ ਖੜੇ ਕਰਨ ਲਈ, ਕਿਉਂਕਿ ਗੱਲ ਇੰਡਸਟਰੀਅਲਿਸਟਾਂ ਦੀ ਨਹੀਂ ਹੈ, ਸਵਾਲ ਜਿਹੜੇ ਲੱਖਾਂ ਮਜ਼ਦੂਰ ਕੰਮ ਕਰਦੇ ਆ ਉਹਨਾਂ ਦੇ ਭਵਿੱਖ ਦਾ ਵੀ ਸਵਾਲ ਹੈ। ਜਿੱਦਾਂ ਮੈਂ ਕਿਹਾ ਕਿ ਕਿੱਦਾਂ ਲੋਕਾਂ ਦਾ ਉਜਾੜਾ ਹੋਇਆ, ਉਸ ਪਾਸੇ ਵੱਲ ਜਦੋਂ ਏਦਾਂ ਵੱਡੀ ਕਰੋਪੀ ਆਈ, ਉਹ ਟਾਕਰੇ ਦੇ ਲਈ ਇੰਤਜ਼ਾਮ ਕੀਤੇ ਗਏ ਤਾਂ ਕਿ ਘੱਟੋ ਘੱਟ ਭਵਿੱਖ 'ਚ ਇਹੋ ਜਿਹੀ ਕੋਈ ਵਿਪਤਾ ਆਏ ਤਾਂ ਸੰਭਲਿਆ ਜਾ ਸਕਦਾ ਹੈ। ਜੀ ਸਹਿਦੇਵਾ ਜੀ। ਸਰ, ਸਵਾਏ ਗਵਰਨਮੈਂਟ ਦੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਗਵਰਨਮੈਂਟ ਦੀਆਂ ਰਿਸਟ੍ਰਿਕਸ਼ਨ ਸੀਗੀਆਂ, ਉਹ ਕਿਸੇ ਤਰ੍ਹਾਂ ਨਾਲ ਮੈਂ ਕਹਾਂਗਾ ਸਾਨੂੰ ਓਵਰਆਲ ਇੰਡਸਟਰੀ ਨੂੰ ਡਿਸਕਰੇਜ ਕਰਨ ਵਾਲੀਆਂ ਹੀ ਸੀਗੀਆਂ। ਕੋਈ ਸਪੋਰਟ ਦੀ ਮੈਂ ਗੱਲ ਕਰਾਂ ਤੇ ਸਵਾਏ ਇਸ ਗੱਲ ਤੋਂ ਕਿ ਤੁਸੀਂ ਸੈਲਫ ਡਿਪੈਂਡੈਂਟ ਹੋ ਜਾਓ, ਸੈਲਫ ਇੰਡੀਪੈਂਡੈਂਟ ਹੋ ਜਾਓ, ਆਪਣੇ ਆਪ ਨੂੰ ਥੋੜ੍ਹੀ ਸਖਤੀ ਕਰਕੇ ਆਪਣੇ ਬੰਦਿਆਂ ਨੂੰ ਤੁਸੀਂ ਬਾਹਰ ਨਾ ਜਾਣ ਦਿਓ, ਜਾਂ ਇਸ ਤਰ੍ਹਾਂ ਦੀਆਂ ਹੀ ਸਾਨੂੰ ਕਹਿ ਲਓ ਕਿ ਗਵਰਨਮੈਂਟ ਕੋਲੋਂ ਡਾਇਰੈਕਸ਼ਨਸ ਆਉਂਦੀਆਂ ਰਹੀਆਂ। ਬਾਕੀ ਜਿਹੜੀ ਫਾਈਨੈਂਸ਼ੀਅਲ ਸਪੋਰਟ ਹੈ ਜਾਂ ਕੋਈ ਕਹਿ ਲਓ ਵੀ ਇੱਕ ਹੈਂਡ ਹੋਲਡਿੰਗ ਹੈ, ਉਹ ਕੋਈ ਲੰਬੀ ਚੌੜੀ ਗਵਰਨਮੈਂਟ ਕੋਲੋਂ ਨਹੀਂ ਮਿਲੀ ਹੈ। ਜਿਹੜੇ ਕਈ ਲੋਕਾਂ ਨੂੰ ਫੰਡਸ ਮਿਲੇ ਵੀ MSME ਨੂੰ, ਉਹ ਸਿਰਫ ਤੇ ਕਹਿ ਲਓ ਵੀ 6 ਮਹੀਨੇ ਵਾਸਤੇ ਉਹਦਾ ਮੋਰਾਟੋਰੀਅਮ ਹੈਗਾ, ਉਹਦਾ ਇੰਟਰਸਟ ਲੱਗਦਾ ਰਿਹਾ। ਉਸ ਤੋਂ ਬਾਅਦ ਉਹਨਾਂ ਦੇ ਪੈਸੇ ਦੀਆਂ ਕਿਸ਼ਤਾਂ ਵੀ ਕੱਟਣੀਆਂ ਸ਼ੁਰੂ ਹੋ ਗਈਆਂ, ਜਿਹੜਾ ਕਿ ਪ੍ਰਿੰਸੀਪਲ ਅਮਾਊਂਟ ਹੈ। ਔਰ ਅੱਜ ਵੀ ਮੈਂ ਕਹਾਂਗਾ ਉਨੀ ਹੀ ਅਨਸਰਟਨਟੀ ਹੈ ਜਿੰਨੀ ਅੱਜ ਤੋਂ ਸਾਲ ਪਹਿਲੇ ਸੀ, ਜਾਂ 8 ਮਹੀਨੇ ਪਹਿਲੇ ਸੀ, ਜਾਂ 6 ਮਹੀਨੇ ਪਹਿਲੇ ਸੀ। ਰਾਦਰ ਹੁਣ ਜਿਹੜਾ UK ਵੇਰੀਐਂਟ ਹੈ ਇਹ ਹੋਰ ਡਰਾ ਰਿਹਾ ਹੈ, ਔਰ ਬਹੁਤ ਲੋਕ ਐਂਟੀਬਾਡੀ ਹੋ ਰਹੇ हैं, ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਚੱਲ ਰਿਹਾ, ਲੇਕਿਨ ਬਹੁਤ ਲੋਕਾਂ ਨੂੰ ਇਹ ਵਾਇਰਸ ਜਿਹੜਾ ਹੈ ਇਸ ਵੇਲੇ ਬੋਡੀਆਂ ਦੇ ਵਿੱਚ ਆ ਕੇ ਜਾ ਰਿਹਾ ਹੈ, 10 ਦਿਨ, ਹਫਤਾ, 5 ਦਿਨ ਲੱਗ ਕੇ। ਲੇਕਿਨ ਜਿਸ ਬੰਦੇ ਨੂੰ ਅੱਗੇ ਉਹ ਕੈਰੀ ਕਰਕੇ ਦੂਸਰੇ ਨੂੰ ਕਰਦਾ ਹੈ, ਸਾਡੇ ਵਰਕਰਸ ਨੂੰ, ਉਹਦੇ ਵਿੱਚ ਬਹੁਤ ਲੋਕਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ, ਤੇ ਬਹੁਤ ਲੋਕਾਂ ਨੂੰ ਜਿਨ੍ਹਾਂ ਨੂੰ ਪਤਾ ਲੱਗਦਾ ਉਹ ਕਾਫੀ ਜ਼ਿਆਦਾ ਬਿਮਾਰ ਹੋ ਜਾਂਦੇ ਆ। ਉਹ ਹਫਤਾ 10 ਦਿਨ ਟੈਂਪਰੇਚਰ ਔਰ बॉडी एक और अखां की प्रॉब्लम और जुकाम, ये बहुत ज़्यादा हो जाता है। सो गवर्नमेंट वालों मैं नहीं समझता कोई इंडस्ट्री वास्ते स्पैसीफिक सपोर्ट रही है या ट्रेड वास्ते रही है। रादर जिन्होंने लोगों का बहुत मोटा नुकसान होया, जेडे टूरिज्म इंडस्ट्री में बिलोंग करते हैं या ईवेंट्स में बिलोंग करते सी, या कह लो भी ट्रेड एंड जिन्हों का इफेक्ट होया, उन्होंने कोई सपोर्ट नहीं है, और उन्होंने ते दुकाना और बिजनेस वैनिश हो गया। ईवन उन्होंने ना लैंडलॉर्ड के किराए दे पाए और ना वो आपके सैलरियां दे पाए, और ਜਿਹੜੇ लोग अफेक्टेड होए हैं उन्होंने मैं कहांगा भी ये 25 ਤੋਂ 30% इस तरह की जरूर साडी ट्रेड और इंडस्ट्री लोग है जिन्होंने अपने काम बंद कर दिते। सचदेवा जी, तुसी बहुत वड्डा सवाल इस मुद्दे ते लिया के खड़ा किया कि इंडस्ट्री की कोई मदद ही नहीं की गई, अजे भी बहुत वड्डी चुनौती है। पर मैं इस करके कह रहा कि प्रधानमंत्री जदों TV चैनलों ते आके बड़े वधिया ढंग नाल ये गल करदे आ कि आत्मनिर्भर भारत, तो आत्मनिर्भर भारत का एक साल के अंदर तुहाडे ते कोई असर नजर आया जी? सर, साडा ते जे तुसी सही मैंने पुछो तो जेड़ा एक कनैक्टिविटी सी ना, लॉजिस्टिक इशूज, जिवें कोई चीज़ किसी होर कंट्री तो आती है या विद इन कंट्री तो आती है,
ਇੱਕ ਚੇਨ ਟੁੱਟ ਗਈ, ਇੱਕ ਇੱਕ ਕਹਿ ਲਓ ਬਈ ਕੜੀ ਟੁੱਟ ਗਈ ਸਮਾਨ ਆਉਣ ਦੀ। ਕੜੀ ਟੁੱਟ ਗਈ ਨਾ ਜੀ। ਉਹ ਜੇ ਰॉ ਮਟੀਰੀਅਲ ਹੈ ਤੇ ਉਹ ਬਹੁਤ ਜ਼ਿਆਦਾ ਉਹਨਾਂ ਦੀਆਂ ਆਈਟਮਾਂ ਦੇ ਰੇਟ ਵੱਧ ਗਏ। ਕੋਈ ਵੀ ਮੈਟਲ, ਕੋਈ ਵੀ ਸਟੀਲ ਦੀ ਆਈਟਮ 25 ਤੋਂ 35-40% ਤੱਕ ਉੱਪਰ ਚਲੀ ਗਈ। ਉਹਦੇ ਨਾਲ ਇੱਕ ਨਾਰਮਲ ਪੁਰਾਣੇ ਆਰਡਰਸ ਨਾਲ ਕੰਮ ਕਰਨ ਵਾਲਾ ਆਦਮੀ, ਜਿਨ੍ਹਾਂ ਕੋਲ ਆਰਡਰ ਸੀਗੇ ਜਾਂ ਜਿਨ੍ਹਾਂ ਕੋਲ ਨਵੇਂ ਆਰਡਰ ਲੈਣੇ ਆ, ਉਹਨਾਂ ਦੇ ਕੋਲ ਰॉ ਮਟੀਰੀਅਲ ਨਹੀਂ ਹੈ, ਇੰਨੀ ਇਨਕਰੀਜ਼ ਉਹ ਦੇਣ ਦੇ ਕਾਬਲ ਨਹੀਂ ਹੈ। ਉਹ ਇਸ ਵੇਲੇ ਇੰਨੇ ਜ਼ਿਆਦਾ ਇਫੈਕਟਡ ਹੈ ਸਿੱਧੂ ਸਾਹਿਬ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਇਹ ਜ਼ਿੰਦਗੀ ਮੌਤ ਤੋਂ ਇਲਾਵਾ ਉਹਨਾਂ ਦੀ ਆਪਣੀ ਸਰਵਾਈਵਲ ਵੀ ਜਿਹੜੀ ਹੈ ਉਹ ਬਹੁਤ ਵੱਡੇ ਦਾਅ ਤੇ ਲੱਗੀ ਹੋਈ ਹੈ। ਔਰ ਮੈਂ ਇੱਕ ਐਸੀ ਚੈਂਬਰ ਨੂੰ ਬਿਲੋਂਗ ਕਰਦਾ ਜਾਂ ਰਿਪਰੈਜ਼ੈਂਟੇਟਿਵ ਹਾਂ, ਮੈਂ ਇਹ ਸਮਝਦਾ ਵੀ ਘੱਟੋ ਘੱਟ ਇੰਨੀ ਜਿਹੜੀ ਇਸ ਵੇਲੇ ਅਨਐਮਪਲੋਇਮੈਂਟ ਹੈ ਉਹ ਵਧਣ ਵਾਲੀ ਹੈ ਜਾਂ ਵੱਧ ਰਹੀ ਹੈ ਕਿ ਕੋਈ ਵੀ ਆਦਮੀ ਆਪਣੇ ਤੇ ਰਿਸਪੌਂਸਿਬਿਲਿਟੀ ਨਾ ਲੈ ਕੇ ਆਪਣਾ EMPLOYEE ਹੈ, ਆਪਣਾ ਵਰਕਰ ਹੈ, ਉਹਨੂੰ ਫਟਾਫਟ ਛੱਡ ਰਿਹਾ ਕਿ ਨਹੀਂ ਯਾਰ ਮੇਰੇ ਕੋਲ ਨੌਕਰੀ ਨਹੀਂ ਹੈਗੀ, ਤੂੰ ਜਾ। ਨਹੀਂ ਤੇ ਅੱਗੇ ਕੋਈ ਕਮਿਟਮੈਂਟ ਹੁੰਦੀ ਸੀ ਯਾਰ, ਚਲੋ ਇੱਕ ਬੰਦਾ ਉਹਨੂੰ ਰੱਖਦਾ ਸੀ, 4 ਮਹੀਨੇ ਬੰਦਾ ਹੁੰਦਾ ਸੀ ਤੇ ਉਹ ਕਹਿੰਦਾ ਸੀ ਯਾਰ ਕੋਈ ਗੱਲ ਨਹੀਂ ਅਸੀਂ ਕੈਰੀ ਕਰ ਲਈਏ ਉਹਦੀ ਵਰਕਫੋਰਸ ਨੂੰ। ਹੁਣ ਉਹ ਮੁੱਦਾ ਉਹ ਨਹੀਂ ਹੈ ਕਿਸੇ ਦੇ ਵਿੱਚ ਇੰਨੀ ਮਾਦਾ ਉਹਨੂੰ ਉਨੀ ਸੈਲਰੀ ਅਬਜ਼ੌਰਬ ਕਰ ਸਕੇ। ਸੋ ਥਿੰਗਸ ਆਰ ਨਾਟ ਗੁੱਡ ਐਟ ਆਲ। ਯੈਸ, ਬਹੁਤ ਮਾੜੀਆਂ ਹਾਲਤਾਂ 'ਚ ਸੱਟੇਬਾਜ਼ੀ ਚੱਲ ਰਹੀ ਹੈ, ਹਰ ਚੀਜ਼ ਦੀ ਸੱਟੇਬਾਜ਼ੀ ਚੱਲ ਰਹੀ ਹੈ ਔਰ ਇਹ ਸੱਟੇਬਾਜ਼ੀ ਜਿਹੜੀ ਹੈ ਉਹ ਬੜੇ ਲੋਕਾਂ ਨੂੰ ਮਰਵਾ ਕੇ ਰੱਖੇਗੀ। ਸਿੱਧੂ ਜੀ, ਬਹੁਤ ਮਾੜੀਆਂ ਹਾਲਤਾਂ 'ਚ ਨਿਕਲ ਰਿਹਾ ਸਾਡਾ ਦੇਸ਼। ਜਿੱਦਾਂ ਗੱਲ ਕਰਦੇ ਹਾਂ ਆਪਾਂ ਆਤਮ ਨਿਰਭਰ ਤੇ ਹੋਰ ਬਹੁਤ ਵੱਡੀਆਂ ਵੱਡੀਆਂ ਦਾਅਵੇਦਾਰੀਆਂ ਕੀਤੀਆਂ ਜਾ ਰਹੀਆਂ ਕਿ ਅਸੀਂ ਦੁਨੀਆ ਨੂੰ ਸਭ ਨੂੰ ਪਿੱਛੇ ਛੱਡ ਕੇ ਜਾ ਰਹੇ ਹਾਂ, ਪਰ ਜ਼ਮੀਨੀ ਹਕੀਕਤਾਂ ਸਾਡਾ ਮੂੰਹ ਚੜਾ ਰਹੀਆਂ। ਡਾਕਟਰ ਮਿੱਤਰਾ, ਜਦੋਂ ਆਪਾਂ ਕਰੋਨਾ ਇੱਥੇ ਮੈਂ ਕੁਝ ਸਰ ਚਾਹਾਂਗਾ, ਇੱਥੇ ਮੈਂ ਐਡ ਕਰਨਾ ਚਾਹਾਂਗਾ ਤੁਹਾਡੇ 2 ਵਰਡ ਕਿ ਯੂਐਸ ਦੇ ਵਿੱਚ ਜਿੰਨੇ ਵੀ ਕਿਸੇ ਨੂੰ ਕੀਤੀ ਫਾਈਨੈਂਸ਼ੀਅਲ ਡਾਲਰਸ ਦੇ ਵਿੱਚ ਔਰ ਉਹਨਾਂ ਨੂੰ ਕਿਹਾ ਗਿਆ ਕਿ ਪੈਸੇ ਤੁਸੀਂ ਰੱਖੋ, ਇੰਟਰਸਟ ਫ੍ਰੀ ਹੈਗੇ ਆ, ਤੁਹਾਨੂੰ ਆ ਦਿੱਤੇ ਜਾਣ, ਲੈ ਲਓ, ਤੁਸੀਂ ਆਪਣਾ ਕੰਮ ਚਲਾਓ, ਅਸੀਂ ਤੁਹਾਡੇ ਕੋਲ ਬਾਅਦ ਚ ਪੈਸੇ ਲਾਂਗੇ। ਲੇਕਿਨ ਬਾਈਡਨ ਗਵਰਨਮੈਂਟ ਨੇ ਆ ਕੇ ਸਾਰੇ ਦੇ ਸਾਰੇ ਪੈਸੇ ਜਿੰਨੇ ਦਿੱਤੇ ਹੋਏ ਸੀ ਸਾਰੇ ਉਹਨਾਂ ਦੇ ਮਾਫ ਕਰਤੇ। ਉਹਨਾਂ ਲੋਕਾਂ ਨੂੰ ਮੇਲ ਆ ਗਈ, ਉਹਨਾਂ ਨੂੰ ਮੈਸੇਜ ਆ ਗਏ ਕਿ ਦਿਸ ਮਨੀ ਵਿਲ ਨਾਟ ਬੀ ਟੇਕਨ ਬੈਕ, ਯੂ ਕਾਈਂਡਲੀ ਲੁੱਕ ਆਫਟਰ ਯੂਰ ਬਿਜ਼ਨਸ ਔਰ ਦਾ ਫੈਮਿਲੀ। ਦਿਸ ਹੈਜ਼ ਹੈਪਨਡ ਜਸਟ 1 ਮੰਥ ਨਾਓ। ਔਰ ਸਾਡੀ ਸਰਕਾਰਾਂ ਦੱਸ ਦਿਓ ਜੀ। ਹਾਂ ਜੀ, ਸਾਡੀ ਸਰਕਾਰ ਤੇ ਹਿੰਦੁਸਤਾਨ ਦੇ ਕਿਸੇ ਸਾਰੀ ਪਾਪੂਲੇਸ਼ਨ ਨੂੰ 1 ਮਹੀਨੇ ਦੀ ਰੋਟੀ ਨਹੀਂ ਖਵਾ ਸਕਦੀ। 1 ਮਹੀਨੇ ਦੀ ਅਸੀਂ ਕਿਸੇ ਨੂੰ ਰੋਟੀ ਨਹੀਂ ਖਵਾ ਦਈਏ। ਜ਼ਮੀਨੀ ਹਕੀਕਤਾਂ ਤੇ ਬਹੁਤ ਵੱਡਾ ਸਵਾਲ ਸਚਦੇਵਾ ਜੀ ਤੁਸੀਂ ਖੜੇ ਕਰ ਰਹੇ ਹੋ। ਡਾਕਟਰ ਮਿੱਤਰਾ, ਜਦੋਂ ਆਪਾਂ ਕਰੋਨਾ ਵਾਇਰਸ ਦੀ ਗੱਲ ਕਰਦੇ ਹਾਂ, ਹੁਣ ਜਿਹੜੀ ਵੈਕਸੀਨ ਆਈ ਆ ਉਹਦੇ ਬਾਰੇ ਵੀ ਬੜੇ ਭਰਮ ਭੁਲੇਖੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਆ। ਹੁਣ ਵੱਖਰੀ ਗੱਲ ਹੈ ਕਿ ਜਿਹੜਾ ਹੁਣ ਲੇਟੈਸਟ ਹੈ ਕਿ 45 ਸਾਲ ਦੀ ਉਮਰ ਤੱਕ ਵੀ ਜਿਹੜੀ ਹੈਗੀ ਹੈ ਵੈਕਸੀਨ ਹੋਣਾ ਦਿੱਤੀ ਜਾਏਗੀ, ਜਿਹਦੇ ਨਾਲ ਸਥਿਤੀ ਤੇਜ਼ੀ ਨਾਲ ਬਦਲੇਗੀ। ਕੀ ਲੱਗਦਾ ਹੈ ਕਿ ਵੈਕਸੀਨ ਆਉਣ ਦੇ ਨਾਲ ਕਿੰਨਾ ਕੁ ਪ੍ਰਸਥਿਤੀਆਂ ਬਦਲਦੀਆਂ ਹੋਈਆਂ ਨਜ਼ਰ ਆ ਰਹੀਆਂ, ਜਾਂ ਅਜੇ ਵੀ ਕਿਹੋ ਜਿਹੀਆਂ ਚੁਣੌਤੀਆਂ ਵੈਕਸੀਨ ਦੇ ਆਉਣ ਦੇ ਬਾਵਜੂਦ ਵੀ? ਡਾਕਟਰ ਮਿੱਤਰਾ, ਤੇ ਪਹਿਲੀ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਕਿ ਜੋ ਵੈਕਸੀਨ ਹੈ ਸਾਰੀ ਦੁਨੀਆ 'ਚ ਬੜੀ ਜਲਦਬਾਜ਼ੀ 'ਚ ਬਣਾਈ ਗਈ ਵੈਕਸੀਨ, ਕਿਉਂਕਿ ਹਾਲਾਤ ਐਸੇ ਹੋ ਗਏ ਇੱਕਦਮ ਬਣਾਉਣੀ ਪਈ, ਇਸ ਲਈ ਉਹਦੇ ਪੂਰੇ ਟਰਾਇਲ ਨਹੀਂ ਹੋਏ। ਉਹਦੇ ਕੀ ਮਤਲਬ ਮਾੜੇ ਜਾਂ ਅੱਛੇ ਪ੍ਰਭਾਵ ਹੋਣਗੇ, ਕਿੰਨੀ ਦੇਰ ਉਹਦੇ ਨਾਲ ਪ੍ਰਤੀਰੋਧਕਤਾ ਸਾਡੇ ਸਰੀਰ 'ਚ ਰਹੇਗੀ, ਇਹ ਸਾਰਾ ਕੁਝ ਪੂਰੇ ਅਧਿਐਨ ਨਹੀਂ ਹੋ ਸਕੇ। ਇਸ ਲਈ ਜੋ ਵੈਕਸੀਨ ਬਾਰੇ ਸਾਨੂੰ ਜੋ ਹੈ ਗਿਆਨ ਉਹਨਾਂ ਨਹੀਂ ਹੈ ਜਿੰਨਾ ਕਿ ਦੂਸਰੇ ਵੈਕਸੀਨ ਬਾਰੇ ਹੈ। ਜਿਵੇਂ ਉਹ ਜਦੋਂ ਆਏ 5-5 ਸਾਲ ਸਮਾਂ ਲੱਗਦਾ ਘੱਟੋ ਘੱਟ ਇੱਕ ਵੈਕਸੀਨ ਨੂੰ ਮਾਰਕੀਟ 'ਚ ਆਉਣ 'ਚ, ਕਿਉਂਕਿ ਵੈਕਸੀਨ ਤੇ ਦੂਸਰੀ ਦਵਾਈ 'ਚ ਫਰਕ ਇਹ ਹੈ ਕਿ ਜਿਹੜੀ ਆਮ ਦਵਾਈਆਂ ਉਹ ਬਿਮਾਰ ਆਦਮੀ ਨੂੰ ਲਗਾਈ ਜਾਂਦੀ ਹੈ ਤੇ ਵੈਕਸੀਨ ਇੱਕ ਤੰਦਰੁਸਤ ਆਦਮੀ ਨੂੰ ਲੱਗਦੀ ਹੈ। ਇਸ ਲਈ ਇਹਦੇ ਬਾਰੇ ਅਧਿਐਨ ਹੋਣੇ ਹੋਰ ਵੀ ਜ਼ਿਆਦਾ ਜ਼ਰੂਰੀ ਹਨ। ਪਰ ਹੁਣ ਕਿਉਂਕਿ ਵੈਕਸੀਨ ਹੈ, ਵੈਕਸੀਨ ਦਾ ਇੱਕ ਤੇ ਲਾਭ ਜ਼ਰੂਰ ਹੈ ਕਿ ਜੋ ਕਿ ਆਮ ਜੋ ਮਾਹਿਰਾਂ ਨੇ ਵੀ ਕਿਹਾ ਹੈ, ਵਾਇਰੋਲੋਜਿਸਟ ਦਾ ਕਹਿਣਾ ਹੈ ਕਿ ਵੈਕਸੀਨ ਲੈਣ ਤੋਂ ਬਾਅਦ ਦੁਬਾਰਾ ਬਿਮਾਰੀ ਨਹੀਂ ਹੋ ਸਕਦੀ, ਐਸੀ ਗੱਲ ਨਹੀਂ ਹੈ, ਪਰ ਉਹਦੀ ਘਾਤਕਤਾ ਖਤਮ ਹੋ ਜਾਏਗੀ ਜਾਂ ਘਟ ਜਾਏਗੀ। ਜੋ ਜ਼ਿਆਦਾ ਨੁਕਸਾਨ ਨਹੀਂ ਹੋਏਗਾ ਰੋਗੀ ਨੂੰ, ਮ੍ਰਿਤੂ ਤੋਂ ਬਚਾ। ਪਹਿਲੀ ਗੱਲ ਤਾਂ ਇਹ ਓਕੇ, ਤੇ ਅਗਰ ਮ੍ਰਿਤੂ ਤੋਂ ਆਦਮੀ ਬਚਦਾ ਹੈ ਵੈਕਸੀਨ ਲੈ ਕੇ, ਤੇ ਮੈਂ ਸਮਝਦਾ ਕਿ
ਅੱਛੀ ਗੱਲ ਹੈ। ਹੁਣ ਇਹ ਵੀ ਨਹੀਂ ਸਾਬ ਵੀ ਵੈਕਸੀਨ ਦਾ ਅਸਰ ਕਿੰਨੇ ਮਹੀਨੇ ਰਹੇਗਾ, ਇਹ ਵੀ ਨਹੀਂ ਪਤਾ। ਪਰ ਦੂਜੀ ਗੱਲ ਇਹ ਵੀ ਹੈ ਕਿ ਜਦੋਂ ਕੋਈ ਵੀ ਵੈਕਸੀਨ ਲੱਗਦੀ ਹੈ ਜਾਂ ਕੋਈ ਨੈਚੁਰਲ ਇਨਫੈਕਸ਼ਨ ਹੁੰਦੀ ਹੈ ਤਾਂ ਸਾਡੇ ਸਰੀਰ 'ਚ ਐਂਟੀਬਾਡੀਜ਼ ਪੈਦਾ ਹੁੰਦੀਆਂ ਹਨ। ਐਂਟੀਬਾਡੀਜ਼ ਮਤਲਬ ਜੋ ਬਿਮਾਰੀ ਦੇ ਖਿਲਾਫ ਲੜਨ ਲਈ ਸਾਡੇ ਸਰੀਰ ਦੀ ਤਾਕਤ, ਤੁਸੀਂ ਉਹਨੂੰ ਕਹਿ ਲਓ ਮੋਟੀ ਮੋਟੀ ਪੰਜਾਬੀ 'ਚ, ਉਹ ਪੈਦਾ ਹੁੰਦੀਆਂ ਹਨ। ਉਹ ਵੀ ਕੁਝ ਸਮੇਂ ਦੇ ਬਾਅਦ ਉਹਨਾਂ ਦੀ ਵੀ ਗਿਣਤੀ ਘਟ ਜਾਂਦੀ ਹੈ, ਪਰ ਉਹ ਸੌ ਜਾਂਦੀਆਂ ਹਨ। ਜੇ ਦੁਬਾਰਾ ਇਨਫੈਕਸ਼ਨ ਹੁੰਦੀ ਹੈ ਤਾਂ ਫਿਰ ਉਹਨੇ ਜੋ ਬਹੁਤ ਸਾਰੀਆਂ ਦੁਬਾਰਾ ਜੋ ਉੱਠ ਸਕਦੀਆਂ ਹੁੰਦੀਆਂ ਨੇ ਡੋਰਮੈਂਟ ਐਂਟੀਬਾਡੀ ਸੀਗੀਆਂ, ਉਹ ਰੀਐਕਟੀਵੇਟ ਹੋ ਗਈਆਂ। ਟੈਕਨੀਕਲੀ ਸ਼ਬਦ ਆਉਂਦੀ ਹੈ। ਨਾਲ ਇਹਦੇ ਇੱਕ ਸੈੱਲ ਹੁੰਦੇ ਟੀ ਸੈੱਲ, ਉਹਦੇ ਟੀ ਸੈੱਲ ਸਾਨੂੰ ਜੋ ਹੈ ਬਿਮਾਰੀਆਂ ਤੋਂ ਲੜਨ ਦੀ ਖਮਤਾ ਦਿੰਦਾ, ਉਹਦੀ ਸਮਰੱਥਾ ਦਿੰਦਾ, ਉਹ ਪੈਦਾ ਹੁੰਦੇ ਹਨ। ਇਸ ਲਈ ਵੈਕਸੀਨ ਤੇ ਲਵਾਈ ਲੈਣਾ ਚਾਹੀਦਾ, ਮੇਰੀ ਇਹ ਸਮਝ ਹੈ। ਹਾਲਾਂਕਿ ਇਹ ਕਹਿਣਾ ਕਿ ਇਹਦੇ ਨਾਲ ਸਭ ਕੁਝ ਠੀਕ ਹੋ ਜਾਏਗਾ, ਐਸਾ ਨਹੀਂ ਹੈ। ਕੋਈ ਮਾਹਰ ਵੀ ਨਹੀਂ ਕਹਿ ਰਿਹਾ, ਕੋਈ ਵਾਇਰੋਲੋਜਿਸਟ ਵੀ ਨਹੀਂ ਕਹਿ ਰਿਹਾ, ਪਰ ਕੁਝ ਨਾ ਕੁਝ ਤੇ ਲਾਭ ਇਹਦਾ ਹੋਏਗਾ ਹੀ। ਇਸ ਲਈ ਇਹਨਾਂ ਹਾਲਾਤਾਂ 'ਚ ਹੋਰ ਕੀ ਕੀਤਾ ਜਾਏ, ਇਹ ਇੱਕ ਡਾਕਟਰ ਮਜਬੂਰੀ ਹੈ। ਸਾਹਿਬ ਦੋ ਗੱਲਾਂ ਮੈਂ ਡਾਕਟਰ ਬਸ, ਜਿਹੜੀ ਮੈਨੂੰ ਕੁਝ ਸਕਿੰਟ ਜੀ ਦਿਓ ਕਿ ਦੋ ਗੱਲਾਂ। ਇੱਕ ਤੇ ਸਭ ਤੋਂ ਅੱਛੀ ਗੱਲ ਹੈ ਕਿ ਆਪਣੇ ਫੇਸ ਨੂੰ, ਆਪਣੇ ਚਿਹਰੇ ਨੂੰ, ਨੱਕ ਨੂੰ ਢੱਕ ਕੇ ਰੱਖੋ, ਹੱਥ ਧੋਵੋ, ਜਿਵੇਂ ਆਪਾਂ ਪਹਿਲੇ ਇਹਦੇ ਬਾਰੇ ਸੂਚਨਾ ਦਿੰਦੇ ਰਹੇ ਹਾਂ। ਦੂਸਰਾ ਇਹ ਹੈ ਕਿ ਜ਼ਿਆਦਾ ਜੋ ਹੈ ਸੰਘਣੇ ਇਕੱਠਾਂ 'ਚ ਨਾ ਜਾਓ। ਪਰ ਜਿਵੇਂ ਡਾਕਟਰ ਤੇਜਰਾਮ ਨੇ ਗੱਲ ਕਹੀ, ਮੈਂ ਇਹਦੇ ਨਾਲ ਬਿਲਕੁਲ ਸਹਿਮਤ ਹਾਂ। ਮੈਂ ਹਰ ਹਫਤੇ ਅਸੀਂ ਆਪਣੀ ਮੈਡੀਕਲ ਟੀਮ ਲੈ ਕੇ ਟਿਕਰੀ ਬਾਰਡਰ ਤੇ ਜਾਂਦੇ ਹਾਂ, ਉੱਥੇ 2 ਦਿਨ ਰਹਿੰਦੇ ਹਾਂ ਅਸੀਂ। ਲੱਖਾਂ ਕਿਸਾਨ ਉੱਥੇ ਹਨ, ਉੱਥੇ ਕੋਈ ਸਾਨੂੰ ਬਿਮਾਰੀ ਉਸ ਤਰ੍ਹਾਂ ਦੀ ਨਹੀਂ ਦਿਖੀ ਹੈ। ਪਰ ਇਹਦਾ ਇਹ ਮਤਲਬ ਇਹ ਨਹੀਂ ਕਿ ਨਹੀਂ ਹੋ ਸਕਦੀ, ਹੋ ਸਕਦੀ ਹੈ। ਉਹ ਵੀ ਤੇ ਵਿਅਕਤੀ ਹਨ, ਇਨਸਾਨ ਹਨ ਨਾ। ਜਾਂ ਲੁਧਿਆਣੇ ਦਾ ਮੇਰੇ ਹਲਵਾ ਦਾ, ਤਾਂ ਲੁਧਿਆਣਾ ਦੇ ਵਿੱਚ ਇੰਨੀ ਸੰਘਣੀ ਆਬਾਦੀ ਹੈ ਜਿੱਥੇ ਗਰੀਬ ਬਸਤੀਆਂ ਹਨ, ਇੱਕ ਇੱਕ ਕਮਰੇ 'ਚ 5-5 6-6 ਲੋਕ ਰਹਿ ਰਹੇ ਹਨ। ਉਹਨਾਂ 'ਚ ਇੰਨੀ ਗਿਣਤੀ ਨਹੀਂ ਹੈ ਬਿਮਾਰੀ ਦੀ। ਇਹ ਬਿਮਾਰੀ ਜ਼ਿਆਦਾ ਮੱਧਮ ਤੇ ਅਪਰ ਕਲਾਸ, ਇਕਨੋਮਿਕਲੀ ਜਿਹੜੇ ਆਰਥਿਕ ਤੌਰ ਤੇ ਉਹਨਾਂ 'ਚ ਜ਼ਿਆਦਾ ਹੈ, ਉਹਨਾਂ 'ਚ ਜ਼ਿਆਦਾ ਹੈ। ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਗਰੀਬਾਂ 'ਚ ਜਾਂ ਪੇਂਡੂ ਖੇਤਰ 'ਚ ਇਹ ਬਿਮਾਰੀ ਨਹੀਂ ਫੈਲ ਸਕਦੀ। ਇੱਕ ਹੱਦ ਤੱਕ ਜੋ ਹੈ ਕਿਸੇ ਵੀ ਆਬਾਦੀ ਦੇ ਵਿੱਚ ਇਮਿਊਨਿਟੀ ਜਾਂ ਪ੍ਰਤੀਰੋਧਕਤਾ ਜ਼ਿਆਦਾ ਹੋ ਸਕਦੀ ਹੈ, ਪਰ ਇੱਕ ਸਟੇਜ ਤੇ ਆ ਕੇ ਉਹ ਫਿਰ ਟੁੱਟ ਵੀ ਸਕਦੀ ਹੈ। ਵਾਇਰਸ ਦਾ ਜੋ ਕਿ ਨਵਾਂ ਸਟੇਜ ਆਏਗਾ ਉਹ ਫਿਰ ਟੁੱਟ ਵੀ ਸਕਦੀ ਹੈ। ਇਸ ਲਈ ਸਾਵਧਾਨ ਤੇ ਸਾਰਿਆਂ ਨੂੰ ਹੀ ਹੋਣਾ ਚਾਹੀਦਾ ਹੈ, ਭਾਵੇਂ ਉਹ ਪੇਂਡੂ ਹੈ, ਭਾਵੇਂ ਉਹ ਕੋਈ ਗਰੀਬ ਵਿਅਕਤੀ ਹੈ ਜਾਂ ਕੋਈ ਮੱਧਮ ਵਿਅਕਤੀ ਹੈ, ਸਭ ਨੂੰ ਸਾਵਧਾਨ ਹੋਣਾ ਚਾਹੀਦਾ ਡਾਕਟਰ ਸਾਹਿਬ ਤੇ ਇੱਕ ਸਵਾਲ ਵੈਕਸੀਨ ਮੈਂ ਇਹਦੇ ਤੇ ਲੈਣਾ ਲੈਣੀ ਚਾਹੁੰਦਾ। ਚਾਹੀਦੀ। ਹਾਂਜੀ ਡਾਕਟਰ ਸਾਹਿਬ ਇੱਕ ਸਵਾਲ ਲੈਣਾ ਚਾਹੁੰਦਾ। ਜਿੱਦਾਂ ਆਪਾਂ ਗੱਲ ਕਰਦੇ ਹਾਂ ਪਹਿਲਾਂ 60 ਸਾਲ ਜਾਂ ਇਸ ਤੋਂ ਉੱਪਰ ਵਾਲਿਆਂ ਲਈ ਸੀ, ਹੁਣ 45 ਸਾਲ ਦਾ ਆ ਗਿਆ। ਇੱਕ ਪ੍ਰੈਕਟੀਕਲ ਜਿਹੜੀ ਸਮੱਸਿਆ ਹੈਗੀ ਹੈ, ਜਿਹੜੀ ਸਾਡੀ ਯੁਵਾ ਪੀੜ੍ਹੀ ਹੈ, 18 ਸਾਲ ਤੋਂ ਉੱਪਰ ਵਾਲੇ, ਜਿਹੜੇ ਰੁਜ਼ਗਾਰ ਦੀ ਦੌੜ 'ਚ ਦਿਨ ਰਾਤ ਇੱਧਰ ਉੱਧਰ ਜਾਂਦੇ ਆ, ਦੌੜਦੇ ਆ, ਜੋਬਾਂ ਤੇ ਜਾਂਦੇ ਆ। ਕੀ ਇਹ ਨਹੀਂ ਕਿ 18 ਸਾਲ ਤੋਂ ਉੱਪਰ ਵਾਲਿਆਂ ਨੂੰ ਵੀ ਅਗਰ ਵੈਕਸੀਨ ਲੱਗੇ ਤਾਂ ਜ਼ਿਆਦਾ ਬਚਾਅ ਰਹਿ ਸਕਦਾ ਇਸ ਬਿਮਾਰੀ ਤੋਂ? ਬਿਲਕੁਲ ਜ਼ਿਆਦਾ ਬਚਾਅ ਰਹਿ ਸਕਦਾ, ਪਰ ਇੰਨੀ ਵੱਡੀ ਗਿਣਤੀ 'ਚ ਵੈਕਸੀਨ ਹੈ ਹੀ ਨਹੀਂ। ਇੰਨੀ ਵੱਡੀ ਗਿਣਤੀ ਸਾਰੀ ਦੁਨੀਆ ਦੀ ਵੀ ਵੈਕਸੀਨ ਇਕੱਠੀ ਕਰ ਲਈ ਹੈ, ਹਿੰਦੁਸਤਾਨ ਦੀ, ਸਾਡੇ ਮੁਲਕ ਦੀ ਆਬਾਦੀ ਇੰਨੀ ਹੈ ਕਿ ਫਿਰ ਵੀ ਵੈਕਸੀਨ ਸਾਡੇ ਕੋਲ ਪੂਰੀ ਨਹੀਂ ਹੋਏਗੀ। ਇਸ ਲਈ ਜੋ ਹੈ ਪੜਾਵਾਂ ਦੇ ਵਿੱਚ ਵੈਕਸੀਨ ਲਗਾਉਣ ਦਾ ਮਾਹਿਰਾਂ ਵੱਲੋਂ ਰਾਏ ਦਿੱਤੀ ਗਈ ਕਿ ਪਹਿਲੇ ਜੋ ਜ਼ਿਆਦਾ ਉਮਰ ਵਾਲੇ ਲੋਕ ਹਨ, ਜਿਨ੍ਹਾਂ ਨੂੰ ਅਗਰ ਹੋ ਜਾਏ ਇਨਫੈਕਸ਼ਨ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਜ਼ਿਆਦਾ ਹੈ, ਜਿਹੜੇ ਬਜ਼ੁਰਗ ਵਿਅਕਤੀ ਹਨ ਉਹਨਾਂ ਨੂੰ ਲਗਾਈ ਜਾਏ, ਜਾਂ ਜਿਨ੍ਹਾਂ ਨੂੰ ਕੋਈ ਹੋਰ ਨਾਲ ਬਿਮਾਰੀਆਂ ਹਨ, ਸ਼ੂਗਰ, ਗੁਰਦੇ ਦੀਆਂ ਜਾਂ ਜਿਗਰ ਦੀਆਂ ਆਦਿ, ਉਹਨਾਂ ਨੂੰ ਲਗਾਈ ਜਾਏ। ਹੁਣ ਕਿਉਂਕਿ ਆਪਣੇ 45 ਸਾਲ ਦੀ ਗੱਲ ਆ ਰਹੀ ਹੈ, ਪਰ ਅਸਲ ਦੇ ਵਿੱਚ ਤਾਂ ਵੈਕਸੀਨ ਸਾਰੀ ਆਬਾਦੀ ਨੂੰ ਲੱਗਣੀ ਚਾਹੀਦੀ ਹੈ। ਜਦ ਤੱਕ ਸਾਰੀ ਆਬਾਦੀ ਨੂੰ ਵੈਕਸੀਨ ਨਹੀਂ ਲੱਗਦੀ, ਉਦੋਂ ਤੱਕ ਇਹ ਬਿਮਾਰੀ ਨਹੀਂ ਜਾਏਗੀ। ਜਾਂ ਆਪਣੇ ਆਪ ਹੀ, ਜਿਸ ਨੂੰ ਅਸੀਂ ਕਹਿੰਦੇ ਵੀ ਹਰਡ ਇਮਿਊਨਿਟੀ, ਹੌਲੀ ਹੌਲੀ ਬਿਮਾਰ ਹੋ ਕੁਝ ਲੋਕ ਮਰ ਜਾਣਗੇ, ਜੋ ਬਚ ਜਾਣਗੇ ਉਹਨਾਂ ਵਿੱਚੋਂ ਕੁਝ ਲੋਕ ਜ਼ਿਆਦਾ ਬਿਮਾਰ ਹੋਣਗੇ, ਕੁਝ ਘੱਟ ਬਿਮਾਰ ਹੋਣਗੇ, ਕੁਝ ਵਿੱਚ ਕੋਈ ਲੱਛਣ ਨਹੀਂ ਹੋਣਗੇ। ਅਲਟੀਮੇਟਲੀ ਇਹ ਫਿਰ ਲੋਕਾਂ 'ਚ ਆਪਣੇ ਆਪ ਹੀ ਇਮਿਊਨਿਟੀ ਆਏਗੀ, ਬਿਮਾਰੀ ਦੇ ਖਿਲਾਫ ਲੜਨ ਦੀ ਸਮਰੱਥਾ ਆਏਗੀ, ਤਾਂ ਫਿਰ ਇਹ ਬਿਮਾਰੀ ਘਟੇਗੀ, ਪਰ ਉਹਨੂੰ ਫਿਰ ਸਮਾਂ ਜ਼ਿਆਦਾ ਲੱਗੇਗਾ। ਡਾਕਟਰ ਸਾਹਿਬ ਇੱਕ ਸਵਾਲ ਜਿਹੜਾ ਹੈਗਾ ਅੱਗੇ ਵੀ ਮਹਿਮਾਨਾਂ ਦੇ ਨਾਲ ਇਹਨਾਂ ਮੁੱਦਿਆਂ ਤੇ ਸਵਾਲ ਲੈਣਾ, ਮਹਿਮਾਨ ਇੰਤਜ਼ਾਰ ਕਰ ਰਹੇ ਦੂਜੇ ਮੁੱਦਿਆਂ ਤੇ ਵੀ। ਇੱਕ ਸਵਾਲ ਇਹਦੇ ਨਾਲ ਇਹ ਵੀ ਜੁੜਦਾ ਜਾ ਕੇ ਕਿ ਜਦੋਂ ਆਪਾਂ ਕਹਿੰਦੇ ਕਿ ਵੈਕਸੀਨ, ਤੁਸੀਂ ਕਹਿੰਦੇ ਕਿ ਜੇ ਸਾਰੀ ਆਬਾਦੀ ਨੂੰ ਦੇਣੀ ਹੋਵੇ ਤਾਂ ਦੁਨੀਆ ਦੀ ਵੈਕਸੀਨ ਇਕੱਠੀ ਕਰ ਲਓ, ਤਦ ਵੀ ਨਹੀਂ। ਪਰ ਇਹਦੇ ਬਾਵਜੂਦ ਵੀ ਜਿਹੜਾ ਇੰਡੀਆ ਹੈਗਾ ਉਹ ਆਪਣੀ ਵੈਕਸੀਨ ਦੂਜੇ ਮੁਲਕਾਂ ਨੂੰ ਸਪਲਾਈ ਕਰ ਰਿਹਾ। ਇੱਕ ਇਹ ਵੀ ਵਿਰੋਧੀਆਂ ਵੱਲੋਂ ਗੱਲ ਉੱਠ ਰਹੀ ਹੈ। ਦੇਖੋ ਇਹਦੇ ਬਾਰੇ ਦੋ ਹੀ ਗੱਲਾਂ ਨੇ ਕਿ ਇਨਸਾਨੀ ਕੀਮਤਾਂ ਕਦਰਾਂ ਵੀ ਕੁਝ ਹੁੰਦੀਆਂ ਨੇ, ਦੂਸਰਿਆਂ ਦਾ ਵੀ ਧਿਆਨ ਰੱਖਣਾ ਆਪਣਾ ਫਰਜ਼ ਹੁੰਦਾ ਹੈ। ਪਰ ਇਹ ਗੱਲ ਕੁਦਰਤੀ ਹੈ ਕਿ ਪਹਿਲੇ ਆਪਣੇ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਨਾਲ ਦੀ ਨਾਲ ਦੂਜਿਆਂ ਨੂੰ ਵੀ ਹਿੱਸੇਦਾਰੀ ਜ਼ਰੂਰ ਕਰਨੀ ਪਏਗੀ। ਇਹਦੇ ਬਾਰੇ ਮੈਂ ਪੂਰੀ ਤਰ੍ਹਾਂ ਇਹਦੇ ਨਾਲ ਅਸਹਿਮਤ ਵੀ ਨਹੀਂ ਹਾਂ ਦੂਸਰਿਆਂ ਨੂੰ ਵੈਕਸੀਨ ਦੇਣ ਦੇ ਨਾਲ। ਜੀ ਜੀ, ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ।
ਡਾਕਟਰ ਤੇਜਰਾਮ, ਜਦੋਂ ਆਪਾਂ ਗੱਲ ਕਰਦੇ ਹਾਂ, ਜਿੱਦਾਂ ਡਾਕਟਰ ਮਿੱਤਰਾ ਨੇ ਕਿਹਾ, ਕੰਪੇਨ ਦੀ, ਲੋਕਾਂ 'ਚ ਜਾਗਰਤੀ ਕਰਨ ਦੀ, ਹੁਣ ਵੈਕਸੀਨ ਦਾ ਖਾਸ ਤੌਰ ਤੇ ਤੁਸੀਂ ਦੱਸ ਸਕੋਗੇ ਕਿ ਪੇਂਡੂ ਖੇਤਰ ਤਾਂ ਸ਼ਾਇਦ ਬਹੁਤ ਹੀ ਵੱਡੇ ਭਰਮ ਭੁਲੇਖੇ ਹੋਣੇ ਆ। ਲੱਗਦਾ ਨਹੀਂ, ਚਾਹੇ ਮਾਸਕ ਦੀ ਗੱਲ ਹੋਵੇ, ਵੈਕਸੀਨ ਦੀ ਗੱਲ ਹੋਵੇ, ਉਹਦੀ ਇੱਕ ਮੁਹਿੰਮ ਬਣਾਉਣ ਦੀ ਲੋੜ ਆ, ਜਿਹੜੀ ਇਕੱਲੀ ਪੁਲਿਸ ਦੇ ਝੰਡੇ ਨਾਲ ਕਿ ਪੁਲਿਸ ਚੌਂਕਾਂ 'ਚ ਖੜੀ ਹੈ ਜੀ, ਪੁਲਿਸ ਚਲਾਨ ਕੱਢਦੀ ਹੈ ਜੀ, ਪੁਲਿਸ ਜੁਰਮਾਨੇ ਕਰਦੀ ਹੈ, ਉਹਦੀ ਬਜਾਏ ਜਿਹੜਾ ਸਮਾਜਿਕ ਪੱਧਰ ਤੇ ਅਗਰ ਅਸੀਂ ਤਰ੍ਹਾਂ ਮੁਹਿੰਮ ਛੇੜਨਾ ਜਾਂ ਸਰਕਾਰ ਮੁਹਿੰਮ ਛੇੜੇ ਤਾਂ ਜ਼ਿਆਦਾ ਨਤੀਜੇ ਚੰਗੇ ਆ ਸਕਦੇ ਆ ਲੋਕਾਂ ਨੂੰ ਜਾਗਰਤ ਕਰਨ ਲਈ। ਦੇਖੀਏ, ਨਾ ਸਿਰਫ ਪੇਂਡੂ ਇਲਾਕਿਆਂ ਵਿੱਚ ਬਲਕਿ ਪੜ੍ਹੇ ਲਿਖੇ ਔਰ ਜੋ ਜਾਣਕਾਰ ਨੇ ਮਤਲਬ ਇਸ ਸੇਵਾਵਾਂ ਬਾਰੇ, ਉਹਨਾਂ ਵਿੱਚ ਵੀ ਬੜੇ ਭਰਮ ਭੁਲੇਖੇ ਨੇ ਇਸ ਵੈਕਸੀਨ ਬਾਰੇ। ਖਾਸ ਕਰ ਜਿਹੜਾ ਕਰੋਨਾ ਦਾ ਵੈਕਸੀਨ ਗਵਰਨਮੈਂਟ ਆਫ ਇੰਡੀਆ ਲਗਾ ਰਹੀ, ਬਹੁਤ ਸਾਰੇ ਲੋਕ ਇਹ ਤੋਂ ਮਤਲਬ ਮੈਂ ਦੇਖਿਆ ਵੀ ਰੂਰਲ ਜਿਹੜੇ ਪਿੰਡਾਂ ਦੇ ਰਹਿਣ ਵਾਲੇ ਨੇ, ਪੇਂਡੂ ਇਲਾਕੇ ਨਾਲ ਸੰਬੰਧ ਰੱਖਦੇ ਨੇ, ਉਹਨਾਂ ਪ੍ਰਤੀ ਬਹੁਤ ਭਰਮ ਭੁਲੇਖੇ ਨੇ ਵੈਕਸੀਨ ਦੇ ਵਿੱਚ। ਬਲਕਿ ਉਹ ਇਹ ਸੋਚਦੇ ਨੇ ਕਿ ਟੀਕਾ ਲਵਾਉਣ ਤੋਂ ਬਾਅਦ ਅਸੀਂ ਬਿਮਾਰ ਹੋ ਜਾਵਾਂਗੇ ਜਾਂ ਕਰੋਨਾ ਸਾਨੂੰ ਹੋ ਜਾਊਗੀ। ਜੇ ਅਸੀਂ ਬਿਲਕੁਲ ਸਿਹਤਮੰਦ ਹਾਂ, ਹੁਣ ਠੀਕ ਠਾਕ ਹੈ, ਤੇ ਪੂਰਾ ਸਾਲ ਆ ਸਾਡਾ ਲੰਘ ਗਿਆ, ਕੋਈ ਸਾਨੂੰ ਬਿਮਾਰੀ ਨਹੀਂ ਹੋਈ, ਕਰੋਨਾ ਨਹੀਂ ਹੋਈ, ਸਾਨੂੰ ਕੀ ਵੈਕਸੀਨ ਦੀ ਲੋੜ ਹੈ। ਔਰ ਇਸ ਪ੍ਰਤੀ ਨਾ ਸਿਰਫ ਪਿੰਡਾਂ ਦੇ ਲੋਕ ਬਲਕਿ ਪੜ੍ਹੇ ਲਿਖੇ ਸ਼ਹਿਰਾਂ ਦੇ ਲੋਕ ਵੀ, ਉਹ ਵੀ ਬੜੇ ਮਤਲਬ ਉਹਨਾਂ 'ਚ ਭਰਮ ਭੁਲੇਖੇ ਨੇ ਔਰ ਚਾਹਟ ਹੈ ਵੈਕਸੀਨ ਲੈਣ ਦੇ ਬਾਰੇ ਵਿੱਚ। ਤਾਂ ਇਸ ਲਈ ਤੁਸੀਂ ਬਿਲਕੁਲ ਠੀਕ ਹੈ, ਅਸੀਂ ਕੋਈ ਜ਼ੋਰ ਜ਼ਬਰਦਸਤੀ ਜਾਂ ਪੁਲਿਸ ਨੂੰ ਵਰਤ ਕੇ ਜਾਂ ਕੋਈ ਹੋਰ ਇੱਦਾਂ ਦੇ ਢੰਗ ਅਪਣਾ ਕੇ ਲੋਕਾਂ ਨੂੰ ਕਹਿੰਦੇ ਕਿ ਵੈਕਸੀਨ ਲਗਵਾਓ, ਤਾਂ ਕੋਈ ਬਹੁਤ ਚੰਗੀ ਗੱਲ ਨਹੀਂ। ਉਹਦੇ ਨਾਲ ਹੋਰ ਵੀ ਮੈਸੇਜ ਗਲਤ ਜਾਂਦਾ ਹੈ। ਸਿਰਫ ਲੋਕਾਂ ਨੂੰ ਐਜੂਕੇਟ ਕਰਕੇ ਜਾਂ NGO ਜੋ ਉਹਨਾਂ ਦੇ ਵਿੱਚ ਰਹਿਣ ਵਾਲੇ ਲੋਕ ਉਹਨਾਂ ਦੀਆਂ ਕਿਸੇ ਵੀ ਢੰਗ ਨਾਲ ਸੇਵਾਵਾਂ ਕਰ ਰਹੇ ਨੇ, ਸਮਾਜ ਸੇਵੀ ਸੰਸਥਾਵਾਂ, ਉਹਨਾਂ ਨੂੰ ਨਾਲ ਲੈ ਕੇ ਮਤਲਬ ਉਹਨਾਂ ਨੂੰ ਇਹ ਕਨਵਿੰਸ ਕਰ ਸਕਦੇ ਆ ਕਿ ਵੈਕਸੀਨ ਤੁਹਾਡੇ ਲਈ ਫਾਇਦੇਮੰਦ ਹੈ। ਔਰ ਨਹੀਂ ਤਾਂ ਬਿਮਾਰੀ ਫੈਲਣ, ਜੋ ਫੈਲਾਅ ਹੋ ਰਿਹਾ ਬਿਮਾਰੀ ਦਾ, ਉਹਨੂੰ ਰੋਕ ਦੇਊਗਾ। ਉਹਦੀ ਜਿਹੜੀ ਫੈਲਣ ਦੀ ਕਹਿ ਲਓ, ਉਸ ਨੂੰ ਰੋਕਣ ਵਿੱਚ ਸਹਾਇਕ ਹੋ ਸਕਦੀ ਹੈ ਜੋ ਵੈਕਸੀਨੇਸ਼ਨ ਹੈ। ਤਾਂ ਇਹਦੇ ਲਈ ਸਭ ਤੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਜੋ ਅਲੱਗ-ਅਲੱਗ ਤਰੀਕੇ ਨੇ, ਚਾਹੇ ਉਹ ਅਸੀਂ ਮੀਟਿੰਗਾਂ ਕਰੀਏ, ਸੈਮੀਨਾਰ ਕਰੀਏ, ਜਾਂ ਫਿਰ ਸਭ ਤੋਂ ਅੱਛਾ ਜਿਹੜਾ ਮੈਨੂੰ ਲੱਗਦਾ ਪ੍ਰਭਾਵੀ ਹੋਊਗਾ ਖਾਸ ਕਰ ਰੂਰਲ ਇਲਾਕਿਆਂ ਵਿੱਚ, ਤਾਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ, ਉਹਨਾਂ ਦਾ ਅਸੀਂ ਮਦਦ ਲੈ ਸਕਦੇ ਹਾਂ। ਥੈਂਕ ਯੂ ਡਾਕਟਰ ਸਾਹਿਬ, ਬਿਲਕੁਲ ਮਿਹਰਬਾਨੀ। ਸਚਦੇਵਾ ਜੀ, ਇਸ ਬਹਿਸ ਦਾ ਆਖਰੀ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜੇ ਇਹੋ ਜਿਹੀਆਂ ਪ੍ਰਸਥਿਤੀਆਂ ਬਣਦੀਆਂ, ਜਿੱਦਾਂ ਆਪਾਂ ਕਹੇ ਕਿ 1 ਸਾਲ ਤੋਂ ਅਸੀਂ ਕੀ ਸਬਕ ਸਿੱਖਿਆ, ਜਿਹੜੇ ਕੰਮ ਕਰਦੇ ਇੰਡਸਟਰੀ ਦੇ ਅੰਦਰ, ਆਪਾਂ ਵਰਕਰਸ ਦੀ ਗੱਲ ਕਰਦੇ ਹਾਂ, ਚਾਹੇ ਰੁਜ਼ਗਾਰ ਦੀ ਗੱਲ ਕਰਦੇ ਹਾਂ, ਉਹਨਾਂ ਦੇ ਰਿਹਾਇਸ਼ ਦੀ ਗੱਲ ਆ, ਉਹਨਾਂ ਦੇ ਰਾਸ਼ਨ ਪਾਣੀ ਦੀ ਗੱਲ ਹੈਗੀ ਹੈ, ਕੀ ਇਹਦੇ ਲਈ ਸਰਕਾਰਾਂ ਨੂੰ ਅਗਾਊਂ ਸਟੈਪ ਜਿਹੜਾ ਹੈਗਾ ਸੁਚੇਤ ਹੋਣ ਦੀ ਲੋੜ ਨਹੀਂ ਹੈ ਕਿ ਅਗਰ ਇਹੋ ਜਿਹਾ ਖਤਰਾ ਮੰਡਰਾਉਂਦਾ ਹੈ ਤਾਂ ਜੋ ਸਾਲ ਪਹਿਲਾਂ ਸਾਡੇ ਨਾਲ ਵਾਪਰਿਆ, ਘੱਟੋ ਘੱਟ ਉਹ ਵਾਪਰਨ ਤੋਂ ਬਚਿਆ ਜਾ ਸਕਦਾ ਹੈ? ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਪ੍ਰੀਕਾਸ਼ਨਸ ਹੀ ਇੱਕ ਤਰੀਕਾ ਹੈ, ਉਹ ਲੈਣ ਵਾਸਤੇ ਸਾਨੂੰ ਆਪਣੇ ਆਪ ਨੂੰ, ਆਪਣੀ ਟੀਮਸ ਨੂੰ, ਆਪਣੇ ਬੰਦਿਆਂ ਨੂੰ ਸਮਝਾਉਣ ਦੀ ਲੋੜ ਹੈ। ਉਹ ਅਸੀਂ ਸਮਝਾਉਂਦੇ ਰਹਿੰਦੇ ਹਾਂ, ਲੇਕਿਨ ਥੋੜ੍ਹਾ ਜਿਹਾ ਲੋਕਾਂ 'ਚ ਡਰ ਉਤਰ ਗਿਆ ਸੀ। ਯੰਗਸਟਰ 'ਚ ਅਜੇ ਵੀ ਡਰ ਨਹੀਂ ਹੈਗਾ। ਜਿੰਨੇ ਲੋਕ ਉਮਰ ਵੱਧਦੇ ਆ ਉਹ ਡਰੇ ਹੋਏ ਆ, ਲੇਕਿਨ ਜਿਹੜੇ ਯੰਗਸਟਰ ਆ ਉਹਨਾਂ ਨੂੰ ਅਜੇ ਵੀ ਡਰ ਨਹੀਂ ਹੈ, ਮੈਂ ਸਮਝਦਾ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਉਹ ਐਂਟੀਬਾਡੀ ਹੋ ਜਾਂਦੇ ਆ। ਲੇਕਿਨ ਮੈਂ ਇੱਕ ਇਹਦੇ 'ਚ ਸੁਜੈਸ਼ਨ ਦੇਣਾ ਚਾਹਾਂਗਾ, ਆਊਟ ਆਫ ਦੀ ਵੇ ਹੈ, ਕਿ ਜਿਹੜਾ ਐਂਟੀਬਾਡੀ ਹੈ, ਜਿਹੜੇ ਲੋਕ ਇਸ ਵੇਲੇ ਹੁਣ ਵੈਕਸੀਨੇਸ਼ਨ ਕਰਾ ਰਹੇ ਆ, ਜਿਨ੍ਹਾਂ ਨੂੰ ਪਤਾ ਨਹੀਂ ਹੈ ਕਿ ਮੈਂ ਐਂਟੀਬਾਡੀ ਹੋ ਚੁੱਕਾ ਔਰ ਉਹਨਾਂ ਦਾ ਲੈਵਲ ਹਾਈ ਹੈ, ਜਦੋਂ ਵੈਕਸੀਨ ਲਵਾ ਲੈਂਦੇ ਆ ਤੇ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਹੈ, ਉਹਨਾਂ ਦਾ ਆਫਟਰ ਇਫੈਕਟਸ ਜ਼ਿਆਦਾ ਹੋ ਰਹੇ ਆ, ਉਹ ਲੋਕ ਵਿੱਚ 4-4, 5-5 ਦਿਨ ਬਿਮਾਰ ਵੀ ਹੋ ਰਹੇ ਆ, ਔਰ ਉਹਨਾਂ ਨੂੰ ਕਾਫੀ ਜਿਵੇਂ ਅੱਖਾਂ ਘੁੱਟ ਜਾਂਦੀਆਂ ਜਾਂ ਹੋਰ ਫੀਵਰ ਘੱਟ ਹੋ ਜਾਂਦਾ, ਉਹਨਾਂ ਦੀ ਬੋਡੀ ਠੰਡੀ ਹੋ ਜਾਂਦੀ ਹੈ। ਉਹ ਮੈਂ ਇੱਕ ਐਕਸਪੀਰੀਅੰਸ ਕੀਤਾ ਹੈਗਾ ਕਾਫੀ ਦੋਸਤਾਂ ਤੋਂ, ਯਾਰਾਂ ਦੋਸਤਾਂ 'ਚ। ਮੈਂ ਚਾਹਾਂਗਾ ਕਿ ਐਂਟੀਬਾਡੀ ਵਾਸਤੇ ਵੀ ਰਿਕਮੈਂਡ ਕੀਤਾ ਜਾਏ ਗਵਰਨਮੈਂਟ ਵੱਲੋਂ ਕਿ ਜਿਨ੍ਹਾਂ ਨੇ ਵੈਕਸੀਨੇਸ਼ਨ ਕਰਾਉਣੀ ਹੈ, ਜੋ ਐਂਟੀਬਾਡੀ ਕਰਾ ਲੈਣ ਤੇ ਬੈਟਰ ਹੈ। ਜਿਨ੍ਹਾਂ ਦੇ ਰੀਸੈਂਟ ਕਰੋਨਾ ਹੋਇਆ ਹੋਵੇ, ਉਹਨਾਂ ਨੂੰ ਪਤਾ ਨਾ ਲੱਗਾ ਹੋਵੇ ਔਰ ਉਹਨਾਂ ਦਾ ਲੈਵਲ ਹਾਈ ਹੋਵੇ, ਔਰ ਜੋ ਵੈਕਸੀਨ ਕਰਾਉਂਦੇ ਆ ਤੇ ਉਹਨਾਂ ਦੇ ਬਾਡੀ ਦੇ ਵਿੱਚ ਇਫੈਕਟ ਆ ਰਹੇ ਆ ਔਰ ਉਹਨਾਂ ਨੂੰ ਕਾਫੀ ਜ਼ਿਆਦਾ ਸੀਰੀਅਸਨੈਸ ਆਉਂਦੀ ਹੈ ਕਈਆਂ ਨੂੰ। ਸੋ ਇਹ ਇੱਕ ਸੁਜੈਸ਼ਨ ਹੈ ਵੀ ਇਹ ਗਵਰਨਮੈਂਟ ਨੂੰ
ਜਿਹੜੇ ਏਜ ਜ਼ਿਆਦਾ ਤੇ ਆ ਜਾਂ ਉਹਨਾਂ ਨੂੰ ਕੋਈ ਹੋਰ ਬਿਮਾਰੀਆਂ ਹੈਗੀਆਂ ਅੰਦਰ, ਉਹਨਾਂ ਨੂੰ ਆਪਣਾ ਐਂਟੀਬਾਡੀ ਵਾਸਤੇ ਰਿਕਮੈਂਡ ਕਰਨਾ ਚਾਹੀਦਾ, ਉਹਨੂੰ ਲਗਵਾਉਣਾ ਚਾਹੀਦਾ ਟੈਸਟ ਦਾ, ਫਿਰ ਉਹਨੂੰ ਵੈਕਸੀਨੇਸ਼ਨ ਜੀ ਬਿਲਕੁਲ ਠੀਕ ਇਹਦੇ ਹੈ। ਬਾਰੇ ਵੈਕਸੀਨ ਤੋਂ ਡਾਕਟਰ ਪਹਿਲਾਂ ਸਾਹਿਬ ਸਾਵਧਾਨੀ। ਇਹ ਡਾਕਟਰ ਸਾਹਿਬ ਜੀ। ਹੋਰਾਂ ਦੇ ਕੀ ਵਿਊ ਹੈ ਇਹ ਤੁਸੀਂ ਇੱਕ ਤੇ ਲਵੋ। ਦੂਸਰਾ ਇਹ ਹੈ ਵੀ ਜੀ ਸਾਨੂੰ NGOs ਨੂੰ ਜਾਂ ਸੋਸ਼ਲੀ ਜਾਂ ਹੋਰ ਆਪਣੇ ਬਰੋਸ਼ਰਸ ਰਾਹੀਂ ਜਾਂ ਅਖਬਾਰਾਂ ਰਾਹੀਂ ਜਾਂ ਇੱਕ ਸੋਸ਼ਲ ਮੀਡੀਆ ਰਾਹੀਂ ਇਹ ਜਿਹੜਾ ਮਾਸਕ ਲਗਾਉਣ ਦਾ ਔਰ ਡਿਸਟੈਂਸ ਦਾ ਇਹ ਮੂਵ ਹੋਰ ਚਲਾਉਣੀ ਚਾਹੀਦੀ ਹੈ। ਇਹ ਮੂਵ ਬਹੁਤ ਜ਼ਰੂਰੀ ਹੈ। ਇੰਸਟੈਡ ਆਫ ਹਾਂਜੀ ਓਕੇ ਸਰ, ਆਪਣੇ ਕੋਲ ਸਮਾਂ ਵੀ ਨਹੀਂ। ਮੈਂ ਡਾਕਟਰ ਮਿੱਤਰਾ ਤੋਂ ਜਿੱਦਾਂ ਤੁਸੀਂ ਕਿਹਾ ਜ਼ਰੂਰ ਇਸ ਦਾ ਜਵਾਬ ਲੈਣਾ ਚਾਹਾਂਗਾ। ਡਾਕਟਰ ਮਿੱਤਰਾ, ਇਸ ਮੁੱਦੇ ਤੇ ਜੋ ਸਚਦੇਵਾ ਜੀ ਨੇ ਸਵਾਲ ਲਿਆਂਦਾ, ਤੁਸੀਂ ਕੀ ਕਹਿਣਾ ਚਾਹੋਗੇ? देखो, जिन्हों एक बारी पहली हो गई ਉਹਦੇ एंटीबॉडीज है, अगर समा ज्यादा हो चुका है तो ਜਿਹੜਾ दूसरा टीका है ना वो एक करने बूस्टर डोज ਹੁੰਦਾ। बूस्टर डोज ਇਹਨੂੰ ਕਹਿੰਦੇ ਆ। ਜਦੋਂ ਕੋਈ ਵੀ ਅਸੀਂ ਵੈਕਸੀਨ ਲੈਂਦੇ ਆ ਆਮ ਤੌਰ ਤੇ 2 ਟੀਕੇ ਲਗਾਉਂਦੇ ਆ। ਬਹੁਤ ਸਾਰੇ ਵੈਕਸੀਨ ਚ ਨਹੀਂ ਹੁੰਦਾ ਹੈ। 2 ਟੀਕੇ ਲਗਾਉਂਦੇ ਵੀ ਇੱਕ ਟੀਕਾ ਲਾਇਆ ਉਹਦੇ ਨਾਲ ਸਰੀਰ ਚ ਐਂਟੀਬਾਡੀਜ਼ ਬਣੇ ਤੇ ਫਿਰ ਉਹਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਟੀਕਾ ਹੋਰ ਲਾ ਦਿੰਦਾ ਹੈ। ਉਹਨੂੰ ਕਹਿੰਦੇ ਬੂਸਟਰ ਡੋਜ਼, ਤਾਂ ਕਿ ਉਹਨੂੰ ਹੋਰ ਤਾਕਤ ਮਿਲੇ। ਸੋ ਅਗਰ ਕਿਸੇ ਨੂੰ ਪਹਿਲੇ ਇਨਫੈਕਸ਼ਨ ਹੈ ਵੀ ਸਹੀ, ਐਂਟੀਬਾਡੀਜ਼ ਹੈ ਵੀ ਸਹੀ, ਤਾਂ ਉਹਨੂੰ ਬੂਸਟਰ ਡੋਜ਼। ਜਿਹੜੀ ਦੂਜੀ ਇਹਨਾਂ ਨੇ ਗੱਲ ਕੀ ਹੈ ਵੀ ਇਹ ਗੱਲ ਇੱਕ ਸਟੱਡੀ ਕਰਨ ਵਾਲੀ ਗੱਲ ਹੈ ਵੀ ਇਸ ਤਰ੍ਹਾਂ ਦਾ ਅਗਰ ਕੋਈ ਇਫੈਕਟ ਹੋ ਰਿਹਾ ਕਿਸੇ ਤੇ ਤਾਂ ਇਹਨੂੰ ਥੋੜਾ ਅਧਿਐਨ ਕਰਨ ਦੀ ਲੋੜ ਹੈ। ਇਹ ਕੋਈ ਬਹੁਤੀ ਦੇਰ ਨਹੀਂ ਲੱਗਣੀ ਇਸ ਅਧਿਐਨ ਨੂੰ ਕਰਨ ਨੂੰ। ਮੈਂ ਸਮਝਦਾ ਕਿ ਜਿਹੜੇ ਐਕਸਪਰਟਸ ਹਨ ਉਹਨੂੰ ਸਟੱਡੀ ਕਰਕੇ 15-20 ਦਿਨ ਦੀ, ਹਫ਼ਤੇ 10 ਦਿਨ ਦੀ ਸਟੱਡੀ ਦਾ ਰਿਜ਼ਲਟ ਆ ਜਾਏਗਾ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਹਿਲੇ ਇਨਫੈਕਸ਼ਨ ਹੋ ਚੁੱਕੀ ਹੈ। ਉਹਨਾਂ ਨੂੰ ਅਗਰ ਦੁਬਾਰਾ ਟੀਕਾ ਲੱਗ ਰਿਹਾ ਤਾਂ ਉਹਨਾਂ ਤੇ ਕੀ ਅਸਰ ਹੋਏਗਾ। ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਥੈਂਕ ਯੂ ਡਾਕਟਰ ਮਿੱਤਰਾ, ਡਾਕਟਰ ਤੇਜਰਾਮ, ਸਚਦੇਵਾ ਜੀ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਕੋਰੋਨਾ ਮਹਾਮਾਰੀ ਦਾ ਜਿਹੜਾ ਵੱਧ ਰਿਹਾ ਖਤਰਾ, ਉਹਦੇ ਮੱਦੇਨਜ਼ਰ ਜਿਨ੍ਹਾਂ ਮੁੱਦਿਆਂ ਤੇ ਆਪਾਂ ਚਰਚਾ ਕੀਤੀ ਹੈ, ਸਮਾਂ ਕੱਢ ਕੇ ਜਿਹੜੇ ਮਹਿਮਾਨ ਆਏ ਹੈ, ਮੇਰੀ ਬੇਨਤੀ ਪ੍ਰਵਾਨ ਕਰਕੇ ਜਿੱਥੇ ਉਹਨਾਂ ਦਾ ਧੰਨਵਾਦ, ਉੱਥੇ ਜਿਹੜਾ ਡਿਬੇਟ ਨੇ ਇੱਕ ਸੁਨੇਹਾ ਦਿੱਤਾ ਹੈ ਕਿ ਕੋਰੋਨਾ ਮਹਾਮਾਰੀ ਦੇ ਨਵੇਂ ਖਤਰਿਆਂ ਦੇ ਮੱਦੇਨਜ਼ਰ ਵਧੇਰੇ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਪਰ ਕਿਉਂਕਿ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਲੀਹ ਤੇ ਰਹਿਣੀ ਚਾਹੀਦੀ ਹੈ, ਇਸ ਲਈ ਸਰਕਾਰਾਂ ਵੀ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀਆਂ। ਵਿਸ਼ਵ ਬੈਂਕ ਦੇ ਜਿਹੜੇ ਪਿਛਲੇ ਅੰਕੜੇ ਆ ਉਹ ਦੱਸਦੇ ਆ ਕਿ ਜਦੋਂ ਤਾਲਾਬੰਦੀ ਲੱਗੀ ਸੀ ਤਾਂ ਕਰੋੜਾਂ ਲੋਕ ਜਿਹੜੇ ਹੈਗੇ ਆ ਬੇਘਰ ਹੋਏ, ਲੱਖਾਂ ਲੋਕਾਂ ਦੇ ਰੁਜ਼ਗਾਰ ਚਲੇ ਗਏ। ਜ਼ਮੀਨੀ ਹਕੀਕਤਾਂ ਦੇ ਮੱਦੇਨਜ਼ਰ ਸਰਕਾਰਾਂ ਨੂੰ ਵੀ ਇਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਕਿ ਬੀਤੇ 'ਚ ਸਬਕ ਸਿੱਖ ਕੇ ਅਸੀਂ ਭਵਿੱਖ 'ਚ ਇਸ ਖਤਰੇ ਦਾ, ਵੱਡੀ ਚੁਣੌਤੀ ਦਾ ਸਾਹਮਣਾ ਕਰ ਸਕੀਏ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਣੇ ਤਿੰਨਾਂ ਮਹਿਮਾਨਾਂ ਦਾ ਇੱਕ ਵਾਰ ਮੁੜ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।